ਨਹੀਂ ਆ ਗਈ ਤਾਂ ਟਾਈਮ ਹੋ ਗਿਆ, ਸੰਗਤ ਤਾਂ ਆ ਜਾਂਦੀ ਹੈ ਜੀ, ਆਈ ਜਾਂਦੀ ਹੈ। ਹਲੇ 9 ਮਿੰਟ ਹੋਏ, 10 ਮਿੰਟ ਤੇ ਸ਼ੁਰੂ ਕਰ ਦੇ ਤੁਸੀਂ। ਲੇਕਿਨ ਮੈਂ ਕੰਮ ਤੇ ਵੀ ਜਾਣਾ ਨਾ। ਹਾਂਜੀ ਕੰਮ ਤੇ ਜਾਣਾ ਕਹਿੰਦੀ, ਮੈਂ ਕੰਮ ਤੇ ਜਾਣਾ। ਮੈਂ ਤਾਂ ਮੇਰੇ ਹਿਸਾਬ ਨਾਲ 10 ਮਿੰਟ ਪਹਿਲਾਂ ਸ਼ੁਰੂ ਕਰਨੀ ਚਾਹੀਦੀ। ਤੁਹਾਡੇ ਹਿਸਾਬ ਦੇ ਨਾਲ ਦੁਨੀਆ ਥੋੜੀ ਨਾ ਚੱਲੂਗੀ। ਆਈ ਨੋ ਦੈਟ। ਚਲੋ ਜੀ, ਹਾਂਜੀ ਨਿੱਜਰ ਸਾਹਿਬ ਕੋਈ ਨਹੀਂ, ਸ਼ੁਰੂ ਕਰੋ ਜੀ। ਅੱਜ ਆਪਾਂ ਕਬੀਰ ਜੀ ਜਿਹੜੇ ਹੈਗੇ ਉਹਨਾਂ ਦੇ ਸ਼ਲੋਕ ਲੈ ਰਹੇ ਹਾਂ ਜੀ। 1373 ਅੰਗ ਦੇ ਉੱਤੇ 1373 ਦੇ ਉੱਤੇ 163ਵਾਂ ਸ਼ਲੋਕ ਲੈ ਰਹੇ ਹਾਂ। 163 ਕਬੀਰ ਕਾਮ ਭਰੇ ਹਰ ਸਿਮਰਿਏ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰਾ ਬਿੱਤ। ਇੱਥੇ ਬਿੱਤ ਦਾ ਮਤਲਬ ਹੁੰਦਾ ਹੈ ਧਨ, ਕੀਮਤੀ ਚੀਜ਼ ਜਿਹੜੀ ਹੈਗੀ ਉਹ। ਬਹੋਰੇ ਦਾ ਮਤਲਬ ਹੁੰਦਾ ਹੈ ਵਾਪਸ ਲਿਆਉਣੀ, ਵਾਪਸ ਕਰਨੀ। ਕਬੀਰ ਜੀ ਕਹਿੰਦੇ ਦੇਖ, ਤੈਨੂੰ ਜਦ ਜਿਹੜਾ ਹੈਗਾ ਤੂੰ ਜਦ ਮੁਸੀਬਤ ਦੇ ਵਿੱਚ ਹੁੰਦਾ ਆ, ਤੈਨੂੰ ਜਦ ਲੋੜ ਹੁੰਦੀ ਆ, ਉਦੋਂ ਤੂੰ ਮੈਨੂੰ ਯਾਦ ਕਰ, ਪਰਮਾਤਮਾ ਨੂੰ ਯਾਦ ਕਰਦਾ ਹੈ। ਕੋਈ ਮੁੰਡਾ ਬਿਮਾਰ ਹੋ ਗਿਆ, ਕੋਈ ਹੋ ਗਈ, ਕੋਈ ਪ੍ਰੋਬਲਮ ਆ ਗਈ, ਕੋਈ ਬਈ, ਉਦੋਂ ਫਿਰ ਜਿਹੜਾ ਹੈਗਾ ਬੜੇ ਜਿਹੜਾ ਹੈਗਾ ਤੂੰ ਲੱਲੜੀਆਂ ਕੱਢਦਾ ਹੈ। ਕਹਿੰਦਾ ਐਸਾ ਸਿਮਰੋ ਨਿਤ, ਤੈਨੂੰ ਰੋਜ਼ ਜਿਹੜਾ ਹੈਗਾ ਇਹੋ ਜਿਹਾ ਸਿਮਰਨ ਥੋੜ੍ਹਾ ਜਿਹਾ ਸਮਾਂ ਨਹੀਂ ਕੱਢ ਸਕਦਾ ਸਵੇਰੇ ਸ਼ਾਮ ਜਿਹੜਾ ਹੈਗਾ ਉਹ ਮਾਲਕ ਨੂੰ ਯਾਦ ਕਰਨ ਦਾ? ਇਹਨੂੰ ਨਿਤਨੇਮ ਨਹੀਂ ਬਣਾ ਸਕਦਾ ਤੂੰ ਆਪਣਾ? ਅੰਦਰ ਜਿਹੜਾ ਹੈਗਾ ਆਪਣੀ ਆਤਮਾ ਦੇ ਅੰਦਰ ਜਿਹੜਾ ਹੈਗਾ ਮਾਲਕ ਤੇਰੇ ਅੰਦਰ ਹੈ, ਤੇਰੀ ਆਤਮਾ, ਉਹਦੀ ਪ੍ਰੈਜੈਂਸ ਨੂੰ ਮਹਿਸੂਸ ਨਹੀਂ ਕਰ ਸਕਦਾ? ਤੂੰ ਉਹਦੇ ਨੇੜੇ ਬੈਠ ਨਹੀਂ ਸਕਦਾ ਰੋਜ਼? ਕਬੀਰ ਕਾਮ ਭਰੇ ਹਰ ਸਿਮਰੀਏ, ਕੰਮ ਪੈਣ ਤੇ ਤਾਂ ਜ਼ਰੂਰ ਸਾਰੀ ਦੁਨੀਆ ਸਿਮਰਦੀ ਹੈ। ਅੰਗ ਨੰਬਰ ਜਿਹੜਾ 1373 1373 ਕਬੀਰ ਕਾਮ ਭਰੇ ਹਰ ਸਿਮਰੀਏ ਐਸਾ ਸਿਮਰੋ ਨਿਤ। ਕਹਿੰਦੇ ਰੋਜ਼ ਮਾਲਕ ਨੂੰ ਯਾਦ ਕਰ। ਰਿਜ਼ਲਟ ਕੀ ਹੋਊਗਾ, ਫਾਇਦਾ ਕੀ ਹੋਊਗਾ? ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰਾ ਬਿੱਤ। ਦੇਖ, ਪਰਮਾਤਮਾ ਦੇ ਸਾਥ ਅਮਰਾਪੁਰੀ ਮਾਲਕ ਦੇ ਨਾਲ ਤੇਰਾ ਵਾਸਾ ਹੋ ਜਾਏਗਾ, ਅਮਰ ਹੋ ਜਾਏਗਾ, ਹਮੇਸ਼ਾ ਵਾਸਤੇ ਜਿਹੜਾ ਹੈਗਾ, ਹਮੇਸ਼ਾ ਵਾਸਤੇ ਜਿਉਂਦਾ ਹੋ ਜਾਏਗਾ। ਔਰ ਜਿਹੜਾ ਵੀ ਤੇਰਾ ਹਾਲੇ ਤੱਕ ਜਿਹੜਾ ਹੈਗਾ, ਜੇ ਤੂੰ ਹਾਲੇ ਬੁੱਢਾ ਵੀ ਹੋ ਗਿਆ ਆ ਤਾਂ ਵੀ ਜਿਹੜਾ ਹੈਗਾ ਤੇਰਾ ਰਿਕੂਪਮੈਂਟ ਜਿਹੜਾ ਹੈਗਾ, ਤੇਰਾ ਪਿਛਲਾ ਜਿਹੜਾ ਹੈਗਾ ਲਾਸ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਪੂਰਾ ਕਰ ਦਊਗਾ। ਜੇ ਤੂੰ ਰੋਜ਼ ਹੁਣ ਤੋਂ ਵੀ ਰੋਜ਼ ਸਿਮਰਨਾ ਸ਼ੁਰੂ ਕਰ ਦੇਂਗਾ, ਧਿਆਨ ਸਿਮਰਨ ਸ਼ੁਰੂ ਕਰ ਦੇਂਗਾ, ਭਗਤੀ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਏਂਗਾ ਤਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਕਬੀਰ ਸਾਹਿਬ ਕਹਿੰਦੇ ਨੇ ਕਿ ਜਦੋਂ ਤੈਨੂੰ ਜ਼ਰੂਰਤ ਪੈਂਦੀ ਹੈ, ਹਾਂ, ਜਦੋਂ ਤੇਰੇ ਸਾਰੇ ਤੀਰ ਖਾਲੀ ਚਲ ਜਾਂਦੇ ਆ ਤੇ ਹੁਣ ਹੱਥ ਨਹੀਂ ਕਿਤੇ ਪੈਂਦਾ, ਤੇ ਫਿਰ ਤੈਨੂੰ ਰੱਬ ਦਾ ਘਰ ਦਿਖਦਾ। ਉਹ ਸੋਚਦਾ ਕਿ ਚੱਲ ਹੁਣ ਰੱਬ ਬਾਬੇ ਲਈ ਜਾਂ ਪੱਲਾ ਜੋੜੀਏ, ਸ਼ਾਇਦ ਮਸਲਾ ਹੱਲ ਹੋਏ। ਪਰ ਕਬੀਰ ਸਾਹਿਬ ਕਹਿੰਦੇ ਏਦਾਂ ਕਿਉਂ ਕਰਦਾ? ਤੂੰ ਏਦਾਂ ਤੂੰ ਆਉਣਾ ਹੈ, ਤੈਨੂੰ ਲੋੜ ਪੈਂਦੀ ਹੈ, ਤੂੰ ਪ੍ਰਮਾਤਮਾ ਦਾ ਦਰ ਲੱਭਦਾ ਹੈ, ਪਰ ਤੂੰ ਪੱਕਾ ਕਿਉਂ ਨਹੀਂ ਉੱਥੇ ਪਹੁੰਚ ਜਾਂਦਾ? ਤੂੰ ਹਰ ਦਿਨ ਆਪਣੇ ਜੀਵਨ ਦਾ ਕਿਉਂ ਨਹੀਂ ਹਿੱਸਾ ਬਣਾਉਂਦਾ? ਕੇਵਲ ਲੋੜਾਂ ਦੇ ਟਾਈਮ ਤੇ ਜਿੱਦਾਂ ਤੂੰ ਆਉਣਾ, ਇਹਦੇ ਨਾਲ ਤੇਰੇ ਜੀਵਨ ਚ ਉਚਾਈ ਨਹੀਂ ਆਉਣੀ। ਕਿਉਂਕਿ ਲੋੜ ਪਈ, ਹੁਣ ਤੁਹਾਡੇ ਮਿੱਤਰ ਹੋਵੇ, 10 ਸਾਲਾਂ ਬਾਅਦ ਤੁਹਾਡੇ ਕੋਲ ਆ ਜੇ, ਰੁਪਈਆ ਤੁਹਾਨੂੰ ਚਾਹੀਦਾ, ਉਹਨੂੰ ਤੁਹਾਡੇ ਕੋਲ ਹੈਲਪ ਮੰਗੇ, ਮੁੜ ਕੇ ਫਿਰ 10-12 ਸਾਲਾਂ ਬਾਅਦ ਤੁਹਾਨੂੰ ਭੁੱਲ ਹੀ ਜਾਵੇ, ਤੇ ਤੁਸੀਂ ਸੋਚੋ ਕਿ ਐਸਾ ਤੁਹਾਡੇ ਕੋਲ ਦੋਸਤ ਹੋਵੇ ਕੋਈ, ਤੁਸੀਂ ਲਾਈਕ ਕਰੋਗੇ ਨਿੱਜਰ ਸਾਹਿਬ? ਨਾ, ਬਿਲਕੁਲ ਨਹੀਂ। ਕਿ ਜਿਹਨੂੰ ਕੇਵਲ ਦਰਵਾਜ਼ਾ ਤੁਹਾਡਾ ਉਦੋਂ ਦਿਖਾਈ ਦਿੰਦਾ ਹੈ ਜਦੋਂ ਉਹਨੂੰ ਲੋੜ ਹੁੰਦੀ ਹੈ, ਤੇ ਜਦੋਂ ਗਰਜ ਪੂਰੀ ਹੁੰਦੀ ਫਿਰ ਭੁੱਲ ਜਾਂਦਾ। ਤੇ ਉਹ ਕਹਿੰਦੇ ਵੀ ਏਦਾਂ ਦਾ ਕੰਮ ਨਾ ਕਰੋ। ਕਬੀਰ ਸਾਹਿਬ ਤੇ ਇਹ ਕਹਿੰਦੇ ਕਿ ਬਈ ਤੂੰ ਉਹਨੂੰ ਨਿੱਤ ਸਿਮਰ।
ਕਿਉਂਕਿ ਜਦੋਂ ਨਾਸਤਿਕ ਵੇਖਿਆ ਲੋਕਾਂ ਨੂੰ, ਜਿਹੜੇ ਨਾਸਤਿਕ ਹੁੰਦੇ ਆ ਉਦਾਂ ਸਾਰੀ ਜ਼ਿੰਦਗੀ ਕਹਿੰਦੇ ਰੱਬ ਹੈ ਨਹੀਂ, ਰੱਬ ਹੈ ਨਹੀਂ। ਜਦੋਂ ਬਿਮਾਰ ਹੁੰਦੇ ਆ ਉਦੋਂ ਉਹ ਵੀ ਆਸਤਿਕ ਬਣ ਜਾਂਦੇ ਆ ਕਿ ਸ਼ਾਇਦ ਕਿਸੇ ਤਰੀਕੇ ਨਾਲ ਇਹ ਬਿਮਾਰੀ ਤੋਂ ਜਾਣ ਛੁੱਟ। ਇਨਸਾਨ ਦਾ ਸੁਭਾਅ ਏਦਾਂ ਦਾ ਜੀ। ਹਾਂਜੀ ਨਜਰ ਸਾਹਿਬ, ਮੈਂ ਦੇਖਿਆ ਗੁਰਕੀ ਸਾਹਿਬ, ਚੰਗੇ ਚੰਗੇ ਕਮਿਊਨਿਸਟ ਦੇਖਿਆ, ਚੰਗੇ ਚੰਗੇ ਜਿਹੜੇ ਹੈਗੇ ਫਲੈਟ ਹੋਏ ਪਏ ਆ ਇਸ ਟਾਈਮ। ਨਜਰ ਸਾਹਿਬ ਉਹ ਦੋਨੋਂ ਹੀ ਬੰਦੇ ਇੱਥੇ ਬੈਠੇ ਨੇ, ਇੱਕ ਤੇ ਧਾਰਮਿਕ, ਇੱਕ ਉਹ ਧਾਰਮਿਕ ਜਿਹਨੇ ਲੋਕਾਂ ਦੇ ਕਹਿਣ ਤੇ ਰੱਬ ਦੀ ਹੋਂਦ ਨੂੰ ਸਵੀਕਾਰ ਕਰ ਲਿਆ, ਇੱਕ ਉਹ ਜਿਹੜਾ ਨਾਸਤਿਕ ਜਿਹਨੇ ਰੱਬ ਦੀ ਹੋਂਦ ਨੂੰ ਲੋਕਾਂ ਦੇ ਕਹਿਣ ਤੇ ਹੀ ਅਸਵੀਕਾਰ ਕਰ ਲਿਆ। ਇਹ ਦੋਨੋਂ ਹੀ ਹੈ ਨਾ, ਦੋਨੋਂ ਕੋ ਗਿਆਨ ਨਹੀਂ ਹੈਗਾ। ਇਹ ਵੀ ਪੰਗਾ। ਜਿਹੜਾ ਧਾਰਮਿਕ ਆਪਣੇ ਆਪ ਨੂੰ ਸਮਝਦਾ ਨਾ, ਜੇ ਕੋਈ ਆਪਣਾ ਗਿਆਨ ਨਹੀਂ ਹੈ, ਕਿਸੇ ਦੇ ਕਹਿਣ ਤੇ ਉਹਨੇ ਮੰਨ ਲਿਆ, ਕੋਈ ਖੋਜ ਨਹੀਂ, ਕੋਈ ਪੜਤਾਲ ਨਹੀਂ ਕੀਤੀ, ਤੇ ਨਜਰ ਸਾਹਿਬ ਉਹਦਾ ਵੀ ਇੱਕ ਜਿਹੜਾ ਵਿਸ਼ਵਾਸ ਹੈ ਨਾ, ਬਹੁਤਾ ਪਾਵਰਫੁਲ ਨਹੀਂ ਹੈਗਾ। ਸਹੀ ਗੱਲ ਹੈ, ਕਿਉਂਕਿ ਉਹਨੇ ਲੱਭਿਆ ਨਹੀਂ ਨਾ। ਉਹ ਤੇ ਕਿਸੇ ਨੇ ਕਹਿ ਤਾ ਤੁਸੀਂ ਵਿਸ਼ਵਾਸ ਕਰ ਲਿਆ, ਉਹ ਤੇ ਬੜਾ ਲੈਵਲ ਦਾ ਵਿਸ਼ਵਾਸ ਹੈ। ਆਪਣਾ ਉਹਦਾ ਮਨ ਮੰਨਿਆ ਨਹੀਂ ਆਪਣਾ ਅੰਦਰੋਂ। ਨਹੀਂ ਵੀਰ ਜੀ, ਇੱਕ ਹੋਰ ਹੈ ਨਾ, ਜਿਹੜਾ ਨਾਸਤਿਕ ਹੈ ਉਹ ਤਾਂ ਕਹਿੰਦਾ ਹੈ ਨਹੀਂ, ਮੈਨੂੰ ਦਿਖਾਓ ਕਿੱਥੇ ਹੈ। ਜਿਹੜਾ ਆਸਤਿਕ ਹੈ ਉਹ ਕਹਿੰਦਾ ਹਾਂ ਮੈਂ ਤੇਰੀ ਗੱਲ ਮੰਨ ਲਈ, ਹੈਗਾ, ਮੈਨੂੰ ਦਿਖਾਓ ਕਿੱਥੇ ਹੈ। ਗੱਲ ਤਾਂ ਦੋਵੇਂ ਇੱਕੋ ਹੀ ਗੱਲ ਤੇ ਖੜੇ ਨੇ। ਜਿਹੜਾ ਜਾਣਾ ਕੋਈ ਵੀ ਨਹੀਂ ਚਾਹੁੰਦਾ ਉਸ ਰਸਤੇ ਤੇ। ਹਾਂਜੀ ਹਾਂਜੀ ਨਜਰ ਸਾਹਿਬ, ਅੱਗੇ ਚਲੀਏ। कबीर सेवा को दोए भले, एक संत एक राम। कबीर सेवा को दोए भले, एक संत एक राम। कहते दो ही चाहिए भाई, एक गाइड चाहिए, एक जिहड़ा हैगा जिहदी भगती करनी आपां ने, जिहदे रस्ते ते जाना है, जिहनूं लभ रहे हैं आपां। बस एक मालक चाहिए है, ते एक जिहड़ा मालक दे कोल किवें मैं जिहड़ा हैगा मालक नूं खुश करना है, ਉਹਦਾ ਮੈਨੂੰ ਜਿਹੜਾ ਭੇਤੀ ਚਾਹੀਦਾ ਹੈ ਭਾਈ। ਉਹ ਦਰ ਦਾ, ਉਹ ਘਰ ਦਾ, ਉਹ ਰਾਹ ਦਾ ਭੇਤੀ ਚਾਹੀਦਾ ਹੈ। ਦੋ ਹੀ ਭਲੇ ਆ ਬਸ ਸੇਵਾ ਦੇ ਵਾਸਤੇ। ਕਬੀਰ सेवा को दोए भले, एक संत एक राम। राम जो दाता मुक्त को, संत जपावे नाम। ਰਾਮ ਜਿਹੜਾ ਹੈਗਾ ਜਿਹਨੇ ਮੁਕਤ ਕਰ ਦੇਣਾ ਹੈ, ਜਿਹਨੇ ਆਪਣੇ ਸ਼ੈਲਟਰ ਦੇ ਨਾਲ ਮੈਨੂੰ ਆਪਣੀ ਗੋਦ 'ਚ ਲੈ ਲੈਣਾ ਆ, ਮੈਨੂੰ ਇਹ ਮਾਇਆ ਤੋਂ ਬਚਾ ਲੈਣਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਲੈਣਾ ਹੈ। ਸੰਤ ਜਿਹੜਾ ਹੈਗਾ ਜਿਹਨੇ ਮੈਨੂੰ ਜਿਹੜਾ ਹੈਗਾ ਭਗਤੀ ਕਰਾ ਦੇਣੀ ਹੈ, ਮੈਨੂੰ ਮੇਰਾ ਮਨ ਪਤੰਦਰ ਮੰਨਦਾ ਨਹੀਂ ਹੈ, ਜਿਹਨੇ ਇਹਨੂੰ ਮਨਾ ਲੈਣਾ ਹੈ। ਹਾਂਜੀ ਗੁਰਕੀ ਸਾਹਿਬ, ਠੀਕ ਹੈ ਜੀ। ਉਹ ਕਹਿੰਦੇ ਦੋਨੋਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਇੱਕ ਤੇ ਮਾਰਗਦਰਸ਼ਨ ਬੜਾ ਜ਼ਰੂਰੀ ਹੈ। ਮਾਰਗਦਰਸ਼ਨ ਹੋ ਗਿਆ ਤੇ ਫਿਰ ਉਹ ਜੀਵਨ 'ਚ ਆਪਣੇ ਆਪ ਹੀ ਉਚਾਈ ਆ ਜਾਣੀ। ਦੋਨੋਂ ਹੀ ਬਹੁਤ ਜ਼ਰੂਰੀ ਨੇ। ਹੁਣ ਦੇਖੋ ਸੰਗਤ ਹੈ ਜਿਹੜੀ ਹੈ, ਸੰਗਤ ਦੇ ਵਿੱਚ ਆਪਾਂ ਨੂੰ ਗਿਆਨ ਮਿਲਦਾ ਪਰਮਾਤਮਾ ਦਾ। ਉਹ ਸੰਗਤ ਵੀ ਬੜੀ ਸਹੀ ਕਿਸਮ ਦੀ ਚਾਹੀਦੀ ਹੈ, ਕਿਤੇ ਇਹ ਨਾ ਹੋਵੇ ਕਿ ਤੁਹਾਡੇ ਤੇ ਪਰਮਾਤਮਾ ਦੇ ਵਿਚਕਾਰ ਆ ਕੇ ਖਲੋ ਜੇ, ਫਿਰ ਮੁਸ਼ਕਲ ਹੋ ਜਾਏਗੀ। ਹਾਂ, ਰਸਤਾ ਹੀ ਬਲੌਕ ਕਰ ਲੈ। ਪਰ ਜਿੱਦਾਂ ਤੁਹਾਡੇ ਰਾਹ ਦੇ ਵਿੱਚ ਕੋਈ ਗੱਡੀ ਖਿਲਾਰ ਦੇ, ਹਾਂ, ਛੋਟਾ ਜਿਹਾ ਰਾਹ, ਕਿੱਥੋਂ ਪਹੁੰਚੋਗੇ ਅਗਲੇ ਬੰਨੇ? ਤੁਹਾਡੇ ਦਰਵਾਜ਼ੇ 'ਚ ਹੀ ਕਿਸੇ ਨੇ ਆਪਣੀ ਉਹਨੇ ਰੁਕਾਵਟ ਪੈਦਾ ਕਰਤੀ। ਉਹ ਕਈ ਲੋਕ ਏਦਾਂ ਦੇ ਰੋੜੇ ਹੁੰਦੇ ਆ, ਉਹ ਏਦਾਂ ਹੀ ਬੰਦੇ ਨੂੰ ਭਰਮਾਂ ਦੇ ਵਿੱਚ ਪਾ ਕੇ, ਵਹਿਮਾਂ 'ਚ ਪਾ ਕੇ ਆਪਣੀ ਪੂਜਾ ਕਰਾਉਂਦੇ ਆ, ਤੇ ਫਿਰ ਮੁਸ਼ਕਲ ਹੋ ਜਾਂਦੀ ਹੈ। ਫਿਰ ਉਹ ਬੰਦਾ ਉਹ ਇੱਕ ਹਨੇਰੇ 'ਚੋਂ, ਇੱਕ ਐਸੀ ਜਗ੍ਹਾ 'ਚੋਂ ਉਹ ਚੀਜ਼ ਲੱਭ ਰਿਹਾ ਜਿੱਥੇ ਚੀਜ਼ ਕਿਤੇ ਹੈ ਹੀ ਨਹੀਂ ਸੀ, ਨਾ ਉੱਥੇ ਗਵਾਚੀ ਸੀ। तो ये चीज तो भी बचना चाहिए। ठीक है ना जी साहब? यही चीज कबीर जी अगले श्लोक च कह रहे हैं, वार्निंग दे रहे हैं। वो कहते ऐसे ही गड्डियां वालियां तो बचो ਜਿਹੜੇ ਤੁਹਾਡੇ ਰਸਤਾ ਬਲੌਕ ਕਰਦੇ ਆ, ਜਿਹੜੇ ਗਲਤ ਰਸਤੇ ਤੇ ਲਾਉਂਦੇ ਆ। ਕਹਿੰਦੇ ਉਹਨਾਂ ਤੋਂ ਤਾਂ ਬਹੁਤ ਬਚਣਾ ਚਾਹੀਦਾ ਭਾਈ। ਵੈਰੀ ਨਾਈਸ। ਕਬੀਰ ਜੀ ਕਹਿੰਦੇ ਆਪਾਂ ਤਾਂ ਇਹ ਸ਼ਬਦ ਬਾਰ-ਬਾਰ ਲੈਣੇ ਹੁੰਦੇ ਆ। ਕਬੀਰ ਜੇ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਅਵਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਕਹਿੰਦੇ ਦੇਖ ਲਓ ਭਾਈ, ਜੇ ਪੰਡਤ ਗਿਆਨੀ ਜਿਨ੍ਹਾਂ ਨੂੰ ਤੁਸੀਂ ਗਿਆਨੀ ਸਮਝਦੇ ਹੋ, ਤੁਸੀਂ ਪੰਡਤ ਸਮਝਦੇ ਹੋ ਭਾਈ, ਉਹਨਾਂ ਦੇ ਪਿੱਛੇ ਤਾਂ ਦੁਨੀਆ ਲੱਗ ਜਾਂਦੀ ਹੈ। ਉਹਨਾਂ ਦੇ ਪਿੱਛੇ ਮੈਜੋਰਟੀ ਜਿਹੜੀ ਹੈ, ਮੌਬ ਪੂਰਾ ਦਾ ਪੂਰਾ ਉਹਨਾਂ ਦੇ ਪਿੱਛੇ ਹੁੰਦਾ ਹੈ, ਪਰ ਉਹ ਆਪ ਡੁੱਬਦੇ ਆ, ਨਾਲ ਉਹਨਾਂ ਨੂੰ ਡੋਬ ਦਿੰਦੇ ਆ। ਇੱਕ ਔਕਟ ਘਾਟੀ, ਐਸੀ ਘਾਟੀ ਹੈ ਜਿਹੜੀ ਕਿ ਬਹੁਤ ਔਖੀ ਹੈ ਚੜ੍ਹਨੀ ਭਾਈ। ਘਾਟ ਕਹਿੰਦੇ ਆ ਦਰਿਆ ਦਾ ਘਾਟ, ਘਾਟੀ ਕਹਿੰਦੇ ਆ ਜਿਹੜੀ
ਜਿਹੜੀ ਪਹਾੜ ਦੀ ਘਾਟੀ ਹੁੰਦੀ ਹੈ, ਉੱਪਰ ਚੜ੍ਹਾਈ ਚੜ੍ਹਨੀ ਹੁੰਦੀ ਹੈ। ਇੱਕ ਔਗਟ ਘਾਟੀ ਰਾਮ ਕੀ, ਪਰਮੇਸ਼ਰ ਦੇ ਰਸਤਾ ਜਿਹੜਾ ਹੈਗਾ ਬਹੁਤ ਔਖਾ ਹੈਗਾ ਭਾਈ, ਤੈਂ ਚੜ੍ਹੇ ਰਹੇ ਹੋ ਕਬੀਰ। ਕਹਿੰਦੇ ਮੈਂ ਉਸ ਰਸਤੇ 'ਤੇ ਔਗਟ 'ਤੇ ਚੜ੍ਹ ਰਿਹਾ ਔਰ ਮੇਰੇ ਨਾਲ ਕੋਈ ਨਹੀਂ ਹੈਗਾ। ਬਹੁਤ ਬਹੁਤ ਇੱਥੇ ਤਾਂ ਰਸਤਾ ਵੀ ਆਪ ਹੀ ਪੱਥਰ ਚੁੱਕ ਕੇ ਆਪ ਹੀ ਰਸਤਾ ਬਣਾਉਣਾ ਪੈਂਦਾ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹ ਤੁਕ ਆਪਾਂ ਬਹੁਤ ਵਾਰੀ ਯੂਜ਼ ਕੀਤੀ ਹੈ ਬਾਣੀ ਦੇ ਵਿੱਚ, ਤੇ ਆ ਹੁਣ ਵੇਖੋ ਆਪਾਂ ਨੂੰ ਪਤਾ ਲੱਗ ਗਿਆ 1373 ਅੰਗ ਦੇ ਉੱਤੇ ਹੈਗੀ ਹੈ। ਕਹਿੰਦੇ ਕਬੀਰ ਜੀ ਕਹਿੰਦੇ ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ। ਕਿੰਨੀ ਭੀੜ ਇਕੱਠੀ ਹੁੰਦੀ ਇਹਨਾਂ ਲੋਕਾਂ ਕੋ। ਤੇ ਪੰਡਿਤ ਗਿਆ ਉਹਨਾਂ ਨੇ, ਗਿਆਨੀ ਨਹੀਂ ਗਿਆ। ਪੰਡਿਤ ਤੇ ਗਿਆਨੀ ਜਵਾਬ ਫਰਕ ਜੇ। ਪੰਡਿਤ ਦਾ ਮਤਲਬ ਜਿਨੇ ਕੇਵਲ ਅਪਾਰਾ ਵਿਦਿਆ ਨੂੰ ਪੜ੍ਹਿਆ ਹੈ, ਕੇਵਲ ਗ੍ਰੰਥਾਂ ਦਾ ਰਟਨ, ਗ੍ਰੰਥਾਂ ਵਿੱਚ ਕੀ ਲਿਖਿਆ ਉਹ ਸਭ ਸਿੱਖ ਲਿਆ ਹੈ, ਪਰ ਉਹਨੂੰ ਆਤਮ ਗਿਆਨ ਦੇ ਬਾਰੇ ਕੁਝ ਨਹੀਂ ਪਤਾ। ਕਿਉਂਕਿ ਆਤਮ ਗਿਆਨ ਇੱਕ ਅਲੱਗ ਚੀਜ਼, ਇਸ ਲਈ ਪੰਡਿਤ ਕਿਹਾ ਗਿਆ। ਪੰਡਿਤ ਦਾ ਮਤਲਬ ਕੇਵਲ ਅੱਖਰਾਂ ਦਾ ਗਿਆਨੀ, ਜਿਹਨੇ ਆਤਮਾ ਤੱਤ ਨੂੰ ਨਹੀਂ ਚੀਨਿਆ, ਨਾ ਜਾਣਿਆ, ਨਾ ਅਨੁਭਵ ਕੀਤਾ। ਠੀਕ ਹੈ ਜੀ। ਤੇ ਫਿਰ ਕਹਿੰਦੇ ਆ ਕਿ ਜਿੱਥੇ ਭੀੜ ਆ ਪਰ ਉੱਥੇ ਹੈ ਨਹੀਂ ਉਹ। ਫਿਰ ਉਹ ਕਹਿੰਦੇ ਸਾਰੇ ਡੁੱਬ ਰਹੇ ਆ, ਭੀੜ ਆ, ਬਹੁਤ ਜ਼ਿਆਦਾ ਭੀੜ। ਇੱਕ ਔਖੀ ਘਾਟੀ ਆ। ਔਖੀ ਘਾਟੀ ਦਾ ਮਤਲਬ ਰੋਟੀ ਮਿਲੇ ਨਾ ਮਿਲੇ, ਇਮਾਨਦਾਰੀ ਜੀਵਨ 'ਚ ਰਹਿਣੀ, ਸੱਚ ਦੇ ਨਾਲ ਦੋਸਤੀ ਪਾਉਣੀ, ਸੱਚ ਦੇ ਵਿੱਚ ਬੋਲਣਾ, ਸੱਚ ਦੇ ਵਿੱਚ ਰਹਿਣਾ, ਸੱਚ ਦੇ ਵਿੱਚ ਜੀਵਨ ਬਤੀਤ ਕਰਨਾ। 2-4 ਮਿੰਟ ਲਈ ਤੇ ਮੇਰੇ ਵਰਗਾ ਬੜਾ ਧਾਰਮਿਕ ਬਣ ਜਾਂਦਾ। ਇੱਥੇ ਕਥਾ ਕਰਨ ਲੱਗਿਆ, ਉੱਥੇ ਗੋਦਰੇ ਜਾਊਂਗਾ, ਹੋ ਸਕਦਾ ਕਿ 40-50 ਮਿੰਟ ਪੂਰਾ ਧਾਰਮਿਕ ਬਣਿਆ ਰਵਾਂ, ਬਾਕੀ ਸਮਾਂ ਇਹ ਥੋੜੀ ਆ ਕਿ ਹੁਣ ਤੁਸੀਂ 2 ਘੰਟੇ ਤੁਸੀਂ ਪਰਹੇਜ਼ ਕਰ ਲਓ ਤੇ ਮੁੜ ਕੇ 22 ਘੰਟੇ ਜੋ ਮਰਜ਼ੀ ਕਰੀ ਜਾਓ। ਨਿਜੋ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਤੇ ਕਬੀਰ ਸਾਹਿਬ ਉਹ ਕਹਿੰਦੇ ਔਖੇ ਦਾ ਮਤਲਬ ਹੁਣ ਮੇਰੇ ਵਰਗਾ ਇੱਥੇ ਬੈਠਾ ਵਾ, 2 ਸਾਹਮਣੇ ਗੈਸਟ ਆਏ ਨੇ ਤੇ ਮੈਂ ਇੱਕ ਬੜਾ ਰੂਪ ਉਹਨਾਂ ਦੇ ਸਾਹਮਣੇ ਪ੍ਰਗਟ ਕੀਤਾ ਕਿ ਮੈਂ ਤੇ ਬੜਾ ਸ਼ਾਂਤ ਬੰਦਾ। ਤੇ ਮੁੜ ਕੇ ਜਦੋਂ ਉਹ ਚਲਾ ਗਿਆ ਬੰਦਾ ਤੇ ਫਿਰ ਮੈਂ ਆਪਣਾ ਹੀ ਰਿਕਾਰਡ ਚਾਲੂ ਕਰਤਾ। ਇਹਦਾ ਮਤਲਬ ਤੇ ਇਹੋ ਹੀ ਆ ਕਿ ਕਬੀਰ ਸਾਹਿਬ ਕਹਿੰਦੇ ਔਖੇ ਦਾ ਮਤਲਬ ਤੇ ਇਹੋ ਹੀ ਹੈ ਕਿ ਬਈ 24 ਘੰਟੇ ਦਾ ਮਸਲਾ ਹੈ ਤੇਰਾ। ਇਹ ਕੋਈ ਛੋਟੀ ਗੇਮ ਨਹੀਂ ਹੈ, ਤੇਰੇ ਜੀਵਨ ਦਾ ਸਮਗਰ ਹੈਗਾ ਪੂਰਾ ਕੰਪਲੀਟ। ਜਿਹੜਾ ਆਪਾਂ ਧਾਰਮਿਕ ਮਨੁੱਖ ਕਹਿੰਦੇ ਆ ਨਾ, ਇਹ ਧਾਰਮਿਕ ਟੈਂਪਰੇਰੀ ਧਾਰਮਿਕ ਹੁੰਦਾ ਹੈ। ਇਹ ਕੇਵਲ ਉੱਥੇ ਨਾਟਕ ਕਰਦਾ ਜਾ ਕੇ, ਤੇ ਜਦੋਂ ਉਹ ਤੋਂ ਗੋਦਰੇ ਦੀ ਦਹਿਲੀ ਚੋਂ ਬਾਹਰ ਆ ਜਾਂਦਾ ਹੈ, ਉਹਦਾ ਅਸਲੀ ਰੂਪ ਤੇ ਵੇਖ ਲਓ ਤੁਸੀਂ। ਫਿਰ ਦੇਹ ਹਾਰਨ ਤੇ ਹਾਰਨਾ, ਇੰਨਾ ਹਾਰਨ ਮਾਰੀ ਜਾਂਦਾ ਹੈ ਕਿ ਜਿਹੜਾ ਪਤਾ ਨਹੀਂ ਕਿੱਥੇ ਪਹੁੰਚਣਾ। ਹੁਣ ਤੂੰ ਉੱਥੇ ਗਿਆ ਵਾ, ਕਰਤਾ ਦੇ ਨਾਲ ਬੈਠਾ ਹੈ। ਜਦੋਂ ਤੂੰ ਗੁਰਦੁਆਰੇ ਜਾਂ ਧਾਰਮਿਕ ਸਥਾਨ ਚੋਂ ਬਾਹਰ ਆ ਗਿਆ, ਫਿਰ ਤੈਨੂੰ ਨਹੀਂ ਪਤਾ ਅੱਗੇ ਕੌਣ ਆ, ਛੋਟਾ ਵੱਡੇ ਦਾ ਕੋਈ ਇਲਾਜ ਨਹੀਂ। ਜੋ ਮੂੰਹ ਚ ਆਇਆ ਕੱਢਤਾ, ਕੋਈ ਵਿਵੇਕ ਨਹੀਂ, ਕੋਈ ਗਿਆਨ ਨਹੀਂ। ਘਰੇ ਨਹੀਂ ਮਹਿਸੂਸ ਕੀਤਾ ਕਿ ਮੇਰੇ ਬੋਲਾਂ ਦੇ ਨਾਲ ਅਗਲੇ ਨੂੰ ਕੋਈ ਪਰੇਸ਼ਾਨੀ ਤੇ ਨਹੀਂ ਆ ਰਹੀ। ਹਾਂ, ਜਿੱਥੇ ਪਿਆਰ ਹੋਵੇ ਉੱਥੇ ਗੱਲ ਵੱਖਰੀ ਆ, ਉੱਥੇ ਤੁਸੀਂ ਕੁਝ ਵੀ ਬੋਲ ਸਕਦੇ, ਪਰ ਡਿਪੈਂਡ ਆ ਕਿ ਤੁਸੀਂ ਅਗਲੇ ਨੂੰ ਕਿਸ ਤਰੀਕੇ ਨਾਲ ਵਿਅੰਗ ਕਰ ਰਹੇ ਹੋ। ਤਾਂ ਇਹ ਇੱਕ ਕਾਫੀ ਡੀਪ ਮੈਟਰ ਹੈਗਾ। ਇਹ ਆਟੋਮੈਟਿਕਲੀ ਬਣਨਾ ਹੈ, ਕੁਛ ਕਰਨ ਦੀ ਲੋੜ ਨਹੀਂ ਪਏਗੀ ਤੁਹਾਨੂੰ। ਤੁਸੀਂ ਜਦੋਂ ਭਗਤੀ ਕੀਤੀ ਆਟੋਮੈਟਿਕਲੀ ਆ ਜਾਏਗਾ। ਹਾਂਜੀ ਨਿਜੋ ਸਾਹਿਬ ਅੱਗੇ ਚੱਲੀਏ। ਹਾਂਜੀ, ਇਹਦੇ ਵਿੱਚ ਨਾ ਐਕਚੁਅਲੀ ਜਿਹੜਾ ਹੈਗਾ ਇਹ ਪੰਡਤਾਂ ਦਾ ਮਾਰਗ ਜਿਹੜਾ ਹੈਗਾ, ਉਹ ਜਿਹੜਾ ਹੈਗਾ ਕਰਮ ਕਾਂਡਾਂ ਦਾ ਮਾਰਗ। ਉਹਨਾਂ ਨੇ ਜਿਹੜਾ ਹੈਗਾ ਆਪਾਂ ਨੂੰ ਕਹਿਣਾ ਹੈ ਭਾਈ ਇੱਥੇ ਨਹਾ ਲਓ, ਇੱਥੇ ਯਾਤਰਾ ਕਰ ਲਓ, ਇੱਥੇ ਮੱਥੇ ਟੇਕ ਲਓ, ਇੱਥੇ ਜਿਹੜਾ ਹੈਗਾ ਇੰਨਾ ਪਾਠ ਕਰ ਲਓ, ਐਸ ਦਾ ਆਹ ਜਾਪ ਕਰ ਲਓ। ਉਹਨਾਂ ਨੇ ਤੁਹਾਨੂੰ ਜਿਹੜਾ ਹੈਗਾ ਆਪਣੇ ਅੰਦਰ ਉਹ ਮਾਲਕ ਪਰਮਾਤਮਾ ਆਤਮਾ ਵੱਲ ਨੂੰ ਉਹਨਾਂ ਨੇ ਉਹਦਾ ਕੋਈ ਗਿਆਨ ਦੇਣਾ ਹੀ ਨਹੀਂ ਹੈਗਾ। ਆਹ ਹੈਗਾ ਮਾਰਗ ਜਿਹੜਾ ਪੰਡਤਾਂ ਦਾ। ਇਸ ਕਰਕੇ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਧਿਆਨ ਵਾਲੀ ਗੱਲ ਹੁੰਦੀ ਨਹੀਂ ਹੈਗੀ, ਵਿਚਾਰ ਬੰਦ ਕਰਨ ਵਾਲੀ ਗੱਲ ਹੁੰਦੀ ਨਹੀਂ ਹੈਗੀ ਉਹਦੇ ਵਿੱਚ।
ਇਸ ਕਰਕੇ ਭਗਤੀ ਸ਼ੁਰੂ ਹੀ ਨਹੀਂ ਹੁੰਦੀ, ਭਗਤੀ ਸ਼ੁਰੂ ਹੀ ਨਹੀਂ ਹੁੰਦੀ। ਹਾਂਜੀ ਵੀਰ। ਨਿੱਜਰ ਸਾਹਿਬ, ਪੰਡਿਤ ਦਾ ਮਤਲਬ ਇੱਥੇ ਆ ਕਿ ਜਿਹੜੇ ਕਹਿੰਦੇ ਆ ਕਿ ਮੇਰੇ ਤੋਂ ਇਲਾਵਾ ਤੂੰ ਪਰਮਾਤਮਾ ਨੂੰ ਨਹੀਂ ਜਾਣ ਸਕਦਾ, ਤੂੰ ਮੇਰੇ ਪਿੱਛੇ ਆਇਆ। ਨਿੱਜਰ ਸਾਹਿਬ, ਇਹੋ ਹੀ ਪ੍ਰੋਬਲਮ ਹੈ। ਇਹ ਤਾਂ ਬਹੁਤ ਵੱਡੀ ਪ੍ਰੋਬਲਮ ਹੈ। ਇਹ ਪ੍ਰੋਬਲਮ ਪਤਾ ਕੀ ਆ, ਪੰਡਿਤ ਦਾ ਮਤਲਬ ਹੀ ਇਹੋ ਹੀ ਆ, ਤੋਤਾ ਰਟਨ। ਪ੍ਰੈਕਟੀਕਲ ਨਹੀਂ ਹੈਗਾ, ਬਸ ਕੱਲੀ ਥਿਊਰੀ ਪੜ੍ਹੀ। ਹੁਣ ਜਦੋਂ ਥਿਊਰੀ ਪੜ੍ਹ ਕੇ ਫਿਰ ਉਹ ਕਹਿੰਦਾ ਵਾ ਕਿ ਬਈ ਸਧਾਰਨ ਬੰਦੇ ਤੇ ਉਹਨੂੰ ਕੀੜੇ ਮਕੌੜੇ ਦਿਖਦੇ, ਉਹਨੂੰ ਕਿੱਥੇ ਚੰਗੇ ਲੱਗਣੇ। ਉਹ ਤੇ ਕਹਿੰਦਾ ਵੀ ਤੁਹਾਨੂੰ ਕੁਝ ਪਤਾ ਨਹੀਂ ਹੈਗਾ, ਕਿਉਂਕਿ ਤੁਹਾਨੂੰ ਇੱਥੇ ਵੇਖੋ ਵਿਧੀ ਵਿਧਾਨਤਾ ਵਾ, ਏਦਾਂ ਕਰੋ ਓਦਾਂ ਕਰੋ। ਉਹ ਕਿਉਂਕਿ ਦੁਕਾਨ ਉਹਦਾ ਚੱਲ ਨਹੀਂ ਸਕਦੀ ਨਹੀਂ ਜਦ ਤੱਕ ਵਹਿਮਾਂ ਭਰਮਾਂ ਚ ਨਹੀਂ ਨਾ ਪਾਉਂਦਾ। ਬਿਲਕੁਲ ਸਹੀ ਗੱਲ ਹੈ। ਇਹ ਕਹਿ ਦੂਗਾ ਕਿ ਉਹਨੇ ਜਿਹੜਾ ਬ੍ਰਹਮ ਗਿਆਨ ਹੈਗਾ, ਉਹਦੇ ਵੀ ਅਰਥ ਜਿਹੜੇ ਹੈਗੇ ਉਹਨੇ ਆਪਣੇ ਹਿਸਾਬ ਦੇ ਨਾਲ ਕੱਢ ਕੇ ਜਿਹੜਾ ਹੈਗਾ ਆਪਣੀ ਤਸੱਲੀ ਘਰ ਪੂਰਾ ਕਰ ਦੇਣਾ ਹੈ ਉਹਨੇ। ਹਾਂਜੀ ਵੀਰ ਜੀ। ਨਿੱਜਰ ਸਾਹਿਬ, ਉਹਨਾਂ ਨੇ ਅਰਥ ਵੀ ਜਿਹੜੇ ਕਰਨੇ ਆ ਨਾ, ਉਹਨਾਂ ਨੇ ਆਪਣੀ ਲੋੜ ਅਨੁਸਾਰ ਕਰਨੇ ਆ। ਬਿਲਕੁਲ। ਇਹਨਾਂ ਲੋਕਾਂ ਦੀਆਂ ਕਿਤਾਬਾਂ ਪੜ੍ਹ ਕੇ ਦੇਖੋ, ਹਰ 5ਵੀਂ ਲਾਈਨ ਦੇ ਵਿੱਚ ਆ ਹੋਏਗਾ ਗੁਰੂ ਗ੍ਰੰਥ ਸਾਹਿਬ ਜੋ ਤੁਕ ਕੱਢਣਗੇ। ਆ ਦੇਖਿਆ ਨਾ ਲਿਖਿਆ, ਗੁਰੂ ਤੋਂ ਬਿਨਾਂ ਗੱਲ ਨਹੀਂ ਬਣੇਗੀ। ਬਸ ਤੁਹਾਨੂੰ ਕਿਸੇ ਦੇ ਧਾਰੀ ਗੁਰੂ ਕੋ ਜਾਣਾ ਪਵੇ ਬਾਰ-ਬਾਰ। ਹੁਣ ਗੁਰੂ ਮਤਲਬ ਬਾਣੀ ਕਿਤੇ ਲਿਖਿਆ ਨਹੀਂ ਕਿਤੇ ਵੀ ਕਿ ਵੀ ਗੁਰੂ ਨੂੰ ਮੈਂ ਵੇਖ ਲਿਆ, ਗੁਰੂ ਨੇ ਕਹਤਾ ਵੀ ਚਰਨਜੀਤ ਤੂੰ ਘਰ ਜਾ ਕੇ ਬਹਿ ਜਾ, ਹੁਣ ਤੇਰੇ ਪੇਪਰ ਮੈਂ ਹੀ ਦੇ ਦੂੰਗਾ, ਇਹਨੂੰ ਕੋਈ ਸਕੂਲ ਆਉਣ ਦੀ ਲੋੜ ਨਹੀਂ, ਤੂੰ ਐਡਮਿਸ਼ਨ ਲਈ ਆ, ਚੱਲ ਨਜ਼ਾਰੇ ਲੈ। ਤੇ ਉਹ ਉਦਾਂ ਦੀ ਗੱਲ ਤੇ ਹੈ ਕੋਈ ਨਹੀਂ, ਪਰ ਇਹ ਇਦਾਂ ਦੀ ਬਣਾ ਦਿੰਦੇ, ਫਰਕ ਤੇ ਨਹੀਂ ਹੈ। ਹਾਂਜੀ ਨਿੱਜਰ ਸਾਹਿਬ। ਅੱਗੇ ਹੋਰ ਇੱਕ ਮਹਾਰਾਜ ਜਿਹੜੇ ਹੈਗੇ ਕਬੀਰ ਸਾਹਿਬ ਜਿਹੜੇ ਹੈਗੇ ਹੋਰ ਚੇਤਾਵਨੀ ਦੇ ਰਹੇ ਭਾਈ, ਇੱਕ ਹੋਰ ਪ੍ਰੋਬਲਮ ਹੈਗੀ। ਕਹਿੰਦੇ ਦੇਖ, ਕਿਉਂਕਿ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਜਿੱਥੇ ਆਪਣੀ ਪਰਵਰਿਸ਼ ਹੋ ਰਹੀ ਆ, ਮਾਂ ਪਿਓ ਜਿਹੜੇ ਹੈਗੇ ਆ, ਆਪਣਾ ਟੱਬਰ ਜਿੱਥੇ ਹੈ, ਜਿਹੜੇ ਦਾਇਰੇ ਦੇ ਵਿੱਚ ਆਪਾਂ ਰਹਿੰਦੇ ਆ, ਉਹਦੇ ਵਿੱਚ ਵੀ ਉਹ ਵੀ ਜਿਹੜੇ ਹੈਗੇ ਇਸੇ ਤਰੀਕੇ ਨਾਲ ਅਗਿਆਨੀ ਹੁੰਦੇ ਆ। ਉਹਨਾਂ ਦੇ ਵੀ ਆਪਣੇ ਜਿਹੜੇ ਹੈਗੇ, ਉਹਨਾਂ ਦਾ ਆਪਣੇ ਜਿਹੜੇ ਹੈਗੇ ਗਿਆਨ ਹੁੰਦਾ ਹੈ, ਉਹਨਾਂ ਦਾ ਆਪਣੇ ਜਿਹੜੇ ਕਰਮ ਕਾਂਡ ਹੁੰਦੇ ਆ, ਉਹਦੇ ਵਿੱਚ ਫਸਾ ਦਿੰਦੇ ਆ ਬੱਚੇ ਨੂੰ, ਉਸੇ ਤਰੀਕੇ ਦੇ ਨਾਲ ਬਿਲਕੁਲ ਉਸੇ 'ਚ ਢਾਲ ਦਿੰਦੇ ਆ। ਕਹਿੰਦੇ ਕਮਾਲ ਦੀ ਗੱਲ ਆ, ਹਿੰਦੂ ਦੇ ਘਰ ਬੱਚਾ ਜਨਮ ਲੈਂਦਾ ਹਿੰਦੂ ਬਣ ਜਾਂਦਾ, ਮੁਸਲਮਾਨ ਦੇ ਘਰ ਬੱਚਾ ਜਨਮ ਲੈਂਦਾ ਮੁਸਲਮਾਨ ਬਣ ਜਾਂਦਾ। ਬੱਚਾ ਤਾਂ ਮਾਲਕ ਪਰਮਾਤਮਾ ਦੁਨੀਆ 'ਚ ਭੇਜ ਰਿਹਾ ਆ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਕਿੱਧਰੋਂ ਆ ਜਾਂਦੇ ਆ ਭਾਈ। ਖਾਲੀ ਜਨਮ ਲੈਣ ਦੇ ਨਾਲ ਜਿਹੜਾ ਹੈਗਾ ਬੱਚਾ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਬੱਚੇ ਨੂੰ ਚੇਂਜ ਕਰ ਦਿੰਦੇ ਇਹ ਲੋਕ। ਆਹ ਚੀਜ਼ ਕਬੀਰ ਜੀ ਕਹਿ ਰਹੇ। ਕਬੀਰ ਦੁਨੀਆ ਕੇ ਦੁੱਖ ਹੈ ਮੂਆ ਚਾਲਤ ਕੁਲ ਕੀ ਕਾਨ। ਕਹਿੰਦਾ ਇਸ ਤਰ੍ਹਾਂ ਚੱਲ ਰਿਹਾ ਤੂੰ, ਆਪਣਾ ਕੁਲ, ਮੇਰਾ ਕੁਲ ਕੀ ਕਹੂਗਾ ਭਾਈ, ਮੇਰੀ ਸੁਸਾਇਟੀ ਕੀ ਕਹੂਗੀ, ਮੇਰੇ ਘਰ ਵਾਲੇ ਕੀ ਕਹਿਣਗੇ। ਤੈਨੂੰ ਦੁਨੀਆ ਦਾ ਦਿਖਾਵਾ ਇੰਨਾ ਜ਼ਿਆਦਾ ਹੈ, ਇਹਦੇ ਵਾਸਤੇ ਤੂੰ ਜਿਹੜਾ ਜਨਮ ਲਿਆ ਹੋਇਆ ਹੈ, ਇਹਦੇ ਵਾਸਤੇ ਤੂੰ ਆਪਣੇ ਸਵਾਸ ਲਾਈ ਜਾ ਰਿਹਾ ਹੈ, ਇਹਦੇ ਵਾਸਤੇ ਤੂੰ ਜਿਹੜਾ ਹੈਗਾ ਆਪਣਾ ਤੇਰਾ ਇੰਨੀ ਮਨੁੱਖੀ ਜੂਨ ਇਸ ਦੇ ਵਾਸਤੇ ਦਾਅ ਤੇ ਲਾ ਰਿਹਾ। ਤੂੰ ਇਹਦੇ ਨਾਲ ਦੇਖ ਤਾਂ ਲਈ ਤੇਰੇ ਨਾਲ ਪ੍ਰੋਗਰੈਸ ਕੀ ਆ ਰਹੀ ਤੇਰੇ ਕੋਲ। ਚੱਲ ਤੂੰ 6 ਮਹੀਨੇ ਲਾਤੇ, ਸਾਲ ਲਾਤਾ, 2 ਸਾਲ ਲਾਤੇ, 3 ਸਾਲ ਲਾਤੇ, 20 ਸਾਲ ਲਾਤੇ, 40 ਸਾਲ ਲਾਤੇ, ਕੋਈ ਪ੍ਰੋਗਰੈਸ ਨਹੀਂ ਹੈਗੀ ਆ। ਤੇ ਇਹੋ ਜਿਹਾ ਵਪਾਰ ਜਿਹੜਾ ਇੰਨਾ ਤੂੰ ਅੰਨਾ ਹੋਇਆ ਪਿਆ ਹੈ। ਦੁਨੀਆ ਦੇ ਵਪਾਰ ਕਰਦਾ ਹੈ ਤੇ ਉੱਥੇ ਤੂੰ ਦੇਖਣਾ ਪਹਿਲੀ ਵਾਰੀ ਘਾਟਾ ਪੈ ਗਿਆ, ਦੂਜੇ ਵਾਰੀ ਜਿਹੜਾ ਹੈਗਾ ਉਹਨੂੰ ਕਲੋਜ਼ ਕਰਕੇ ਦੂਸਰੇ ਪਾਸੇ ਹੋ ਜਾਣਾ। ਇੱਥੇ ਤੈਨੂੰ ਕੀ ਮੌਤ ਪੈ ਰਹੀ ਹੈ ਭਾਈ, ਇੱਥੇ ਕੀ ਪ੍ਰੋਬਲਮ ਆ ਰਹੀ ਹੈ ਤੈਨੂੰ, ਇੱਥੇ ਕਿਉਂ ਨਹੀਂ ਵਿਵੇਕ ਬੁੱਧੀ ਆਪਣੀ ਵਰਤ ਰਿਹਾ। कबीर दुनिया के दोखे मुआ चालत कुल की कान, तब कुल किसका लाज सी जब ले धरे मसान। उदों दस दे फिर उदों किहदा कुल चिड़िया शर्मिंदा होऊगा, उदों तेरा कुल की करूगा पाए जद लैके तैनू कुछ आउटपुट ही नहीं है, तू कुछ कीता ही नहीं दुनिया दे विच। और इधर तेरा शरीर नूं धरता जाके मशान दे विच, शमशान दे विच, और इधर तेरी पेशी पै गई उत्थे धर्मराज दे सामने। उदों की होऊगा, आ कदी सोचिया है। हाँ जी वीर जी। गोरखी साहब शायद मेरे ख्याल उन्होंने हैगे। हाँ जी गोरखी साहब। हाँ निजो साहब, मेरा भी फोन आ गया। हाँ जी हाँ जी ठीक है निजो साहब, ਇਹੋ ਕਹਿੰਦੇ ਨੇ ਕਿ ਦੁਨੀਆ ਜਿਹੜੀ ਹੈਗੀ ਆ
ਕੀ ਕਹਿੰਦੇ ਨੇ? ਉਹ ਕਹਿੰਦੇ ਤੂੰ ਦੇਖ ਜਿਹੜਾ ਹੈਗਾ ਕਬੀਰ ਦੁਨੀਆ ਕੇ ਦੋਖੇ ਮੁਆ, ਤੂੰ ਆਪਣਾ ਜੀਵਨ ਜਿਹੜਾ ਹੈਗਾ ਤੂੰ ਸਾਰਾ ਜੀਵਨ ਇਸ ਤੇ ਦਾਅ ਤੇ ਲਾਤਾ ਬਈ ਆਹ ਮੈਨੂੰ ਸੁਸਾਇਟੀ ਕੀ ਕਹੂਗੀ, ਦੁਨੀਆ ਕੀ ਕਹੂਗੀ ਜੇ ਮੈਂ ਆਹ ਕਰਮਕਾਂਡ ਨਹੀਂ ਕਰੂੰਗਾ। ਜਿਹੜੇ ਮੇਰੇ ਮਾਂ ਪਿਓ ਭੈਣ ਭਰਾ ਘਰ ਵਾਲੇ ਜਿੱਥੇ ਮੇਰੀ ਪਰਵਰਿਸ਼ ਹੋਈ ਆ ਉਹ ਲੋਕ ਕੀ ਕਹਿਣਗੇ, ਮੇਰੇ ਕੁਲ ਦੀ ਬਦਨਾਮੀ ਹੋਊਗੀ। ਤੂੰ ਇਸੇ ਵਾਸਤੇ ਜਿਹੜਾ ਹੈਗਾ ਤੂੰ ਰੱਬ ਦੀ ਭਗਤੀ ਨਹੀਂ ਕਰ ਰਿਹਾ, ਤੂੰ ਆਤਮਿਕ ਯਾਤਰਾ ਨਹੀਂ ਕਰ ਰਿਹਾ। ਇੱਕ ਆਹ ਪ੍ਰੋਬਲਮ ਹੈ ਨਾ। ਇੱਕ ਤਾਂ ਪ੍ਰੋਬਲਮ ਹੈ ਗਿਆਨ ਜਿਹੜਾ ਹੈਗਾ ਉਹ ਗਿਆਨ ਗਲਤ ਮਿਲ ਗਿਆ, ਗਲਤ ਟੇਟੇ ਚੜ ਗਿਆ, ਗਲਤ ਬੋਰਡ 'ਚ ਬੈਠ ਗਿਆ। ਆ ਦੂਸਰੀ ਪ੍ਰੋਬਲਮ ਆ ਹੈਗੀ ਕਿ ਜਿਹੜੇ ਸੰਸਕਾਰ ਹੈਗੇ, ਹੁਣ ਹਿੰਦੂ ਦੇ ਘਰ ਬੱਚਾ ਪੈਦਾ ਹੋਇਆ ਉਹਨੂੰ ਕਹਿੰਦੇ ਇਹ ਹਿੰਦੂ ਆ, ਮੁਸਲਮਾਨ ਦੇ ਪੈਦਾ ਹੋਇਆ ਉਹ ਕਹਿੰਦੇ ਮੁਸਲਮਾਨ। ਰੱਬ ਤਾਂ ਇੱਕੋ ਹੀ ਹੈਗਾ, ਦੁਨੀਆ ਵੀ ਸੇਮ ਹੈਗੀ। ਇਹ ਡਿਫਰੈਂਸਿਸ ਕਿਉਂ ਆ ਰਹੇ ਆ? ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਕਿਵੇਂ ਜਿਹੜਾ ਹਿੰਦੂ ਦੇ ਘਰ ਬੱਚਾ ਪੈਦਾ ਹੁੰਦਾ ਤੇ ਹਿੰਦੂ ਹੋ ਜਾਂਦਾ ਹੈ ਉਹ। ਕਹਿੰਦੇ ਤਬ ਕੁਲ ਕਿਸ ਕੀ ਲਾਜ ਸੀ ਜਬ ਲੈ ਧਰੇ ਮਸਾਨ। ਤੂੰ ਦੱਸਦੇ ਪਿਆਰਿਆ, ਜਦ ਤੇਰੀ ਯਾਤਰਾ ਪੂਰੀ ਹੋ ਗਈ, ਤੇਰਾ ਸਮਾਂ ਖਤਮ ਹੋ ਗਿਆ, ਮਨੁੱਖੀ ਜੂਨ ਜਿਹੜੀ ਹੈਗੀ ਆ ਤੈਨੂੰ ਤੇਰੇ ਸਰੀਰ ਨੂੰ ਲਿਜਾ ਕੇ ਸ਼ਮਸ਼ਾਨ ਦੇ ਵਿੱਚ ਧਰ ਦਿੱਤਾ ਤੇ ਤੈਨੂੰ ਜਿਹੜੀ ਆ ਤੇਰੀ ਜਾ ਕੇ ਉੱਤੇ ਧਰਮਰਾਜ ਦੇ ਕੋਲ ਪੇਸ਼ੀ ਹੋ ਗਈ, ਅਜ਼ਰਾਈਲ ਦੇ ਕੋਲ ਪੇਸ਼ੀ ਹੋ ਗਈ। ਦੱਸ ਹੁਣ ਤੂੰ ਜਿਹੜਾ ਹੈਗਾ ਉਦੋਂ ਕੀ ਕਰੇਗਾ? ਉਦੋਂ ਕਿਹਦੀ ਕੁੱਲ ਲਾਜ ਕਰੂਗੀ? ਉਦੋਂ ਤੂੰ ਕਿਹੜੀ ਦੁਨੀਆ ਨੂੰ ਜਿਹੜੇ ਹੈਗੇ ਕਿਹੜੇ ਲੋਕਾਂ ਨੂੰ ਕਿਹੜੇ ਖਾਨਦਾਨ ਨੂੰ ਜਿਹੜਾ ਹੈਗਾ ਜੇ ਉਹਦੀ ਬਦਨਾਮੀ ਦੇ ਨਾਲ ਤੈਨੂੰ ਉਦੋਂ ਨਹੀਂ ਬਦਨਾਮੀ ਹੋਏਗੀ? ਦੱਸ। ਹਾਂਜੀ ਵੀਰ ਜੀ। ਨਿੱਜਰ ਸਾਹਿਬ, ਜਾਤਾਂ ਪਾਤਾਂ ਨਾ ਇਹ ਸਭ ਬੰਦੇ ਦੀ ਨਾ ਆਪਣੀਆਂ ਉਹਦੀਆਂ ਮਤਲਬ ਕੇਵਲ ਛੋਟੀਆਂ ਜ਼ਰੂਰਤਾਂ ਕਰਕੇ ਨਹੀਂ ਬਣਾਈਆਂ। ਜਦੋਂ ਬੰਦੇ ਨੂੰ ਖੂਨ ਦੀ ਲੋੜ ਹੁੰਦੀ ਉਦੋਂ ਕੋਈ ਨਹੀਂ ਪੁੱਛਦਾ ਕਿ ਇਹ ਕਿਹੜੀ ਜਾਤ ਦਾ ਖੂਨ ਹੈ। ਤੇ ਜਦੋਂ ਬੰਦਾ ਬਿਮਾਰ ਹੁੰਦਾ ਫਿਰ ਇਹ ਕੋਈ ਨਹੀਂ ਪੁੱਛਦਾ ਵੀ ਹੁਣ ਤੂੰ ਕਿਹੜਾ ਡਾਕਟਰ ਸਿੱਖ ਆ, ਹਿੰਦੂ ਆ, ਮੁਸਲਮਾਨ ਹੈ ਕਿ ਈਸਾਈ ਹੈ। ਉਦੋਂ ਤਾਂ ਕਹਿੰਦਾ ਡਾਕਟਰ ਸਾਹਿਬ ਮੇਰਾ ਇਲਾਜ ਕਰੋ ਜਾਂ ਛੱਡ ਦਿਓ, ਇਹ ਤੇ ਬਾਅਦ ਹੀ। ਇੱਥੇ ਹੁਣ ਨਹੀਂ ਡਿਸਕਸ ਕਰਨ ਦਾ ਟਾਈਮ। ਮੇਰੀ ਜਾਨ ਬਚਾਓ ਤੁਸੀਂ। ਇਹਦਾ ਮਤਲਬ ਹੈ ਕਿ ਇਨਸਾਨ ਜਿਹੜਾ ਹੈ ਇਹ ਵਹਿੰਦਾ ਹੈ ਕਿ ਕਿੱਥੇ ਕਿਹੜੀ ਚੀਜ਼ ਦਾ ਇਸਤੇਮਾਲ ਕਰਨਾ ਹੈ। ਬਿਲਕੁਲ। ਜਿੱਥੇ ਜਾਤ ਦਾ ਇਸਤੇਮਾਲ ਕੀਤਾ ਇਹਨੂੰ ਫਾਇਦਾ ਹੁੰਦਾ ਉੱਥੇ ਜਾਤ ਕਰੀ ਜਾਂਦਾ ਹੈ, ਤੇ ਜਿੱਥੇ ਲੋੜ ਨਹੀਂ ਪੈਂਦੀ ਉੱਥੇ ਚੁੱਪ ਹੋ ਜਾਂਦਾ। ਇਨਸਾਨ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਹਨਾਂ ਦਾ ਪ੍ਰਯੋਗ ਕਰਦਾ। ਹੁਣ ਸਮਾਜ ਕੀ ਕਰਦਾ ਹੈ? ਦੇਖੋ, ਇੱਕ ਉਹਦੀ ਕਹਾਣੀ ਸੁਣਾਈ ਸੀ ਨਾ ਆਤਮ ਗਿਆਨ ਕਿਤਾਬ 'ਚ, ਇੱਕ ਕਹਾਣੀ ਹੈਗੀ ਆ, ਉਸ 'ਚ ਲਿਖਿਆ ਸੀ ਉਹਦੀਆਂ ਭੇਡਾਂ। ਤੇ ਉਹਨਾਂ ਨੇ ਕਿਹਾ ਸੀ ਕਿ ਸਿਆਲੀ ਤੇ ਕਹਿੰਦਾ ਸੀ ਮੈਂ ਰੱਖਣਾ ਨਹੀਂ ਚਾਹੁੰਦਾ ਤੇ ਮੇਰਾ ਪੱਕਾ ਇਲਾਜ ਹੋ ਜਾਏ। ਫਿਰ ਉਹ ਕੀ ਕਰਦੇ ਆ, ਉਹ ਕੁਝ ਭੇਡਾਂ ਨੂੰ ਕਹਿੰਦੇ ਆ, ਉਹ ਕਹਿੰਦਾ ਪ੍ਰਚਾਰਕ ਕਿ ਤੁਸੀਂ ਏਦਾਂ ਕਰਿਓ, ਜਿਹੜੀਆਂ ਦੂਜੀਆਂ ਭੇਡਾਂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨਾ, ਝੁੰਡ 'ਚੋਂ ਉਹਨਾਂ ਨੂੰ ਨਿਕਲਣਾ ਦਿਓ। ਤੁਸੀਂ ਗੁਰੂ ਤੋਂ ਬੇਮੁਖ ਹੋ ਗਏ ਜੋ। ਮੈਂ ਵੇਖਣਾ ਆਪਾਂ 90% ਜਿਹੜਾ ਆਪਣਾ ਜੀਵਨ ਹੈ ਨਾ ਕੇਵਲ ਲੋਕਾਂ ਨੂੰ ਦਿਖਾਉਣ ਦੇ ਲਈ ਬਤੀਤ ਕਰ ਰਹੇ ਹਾਂ। ਬਿਲਕੁਲ। ਅੱਜ ਤੇ ਮੈਂ ਸਕੂਲੇ ਪਜਾਮਾ ਪਾ ਕੇ ਚੱਲ ਗਿਆ, ਮੁੰਡਾ ਮੇਰਾ ਕਵੇ ਪਾਪਾ ਪਜਾਮਾ ਪਾ ਕੇ ਆ ਗਿਆ। ਮੈਂ ਕਿਹਾ ਪਜਾਮੇ ਨੂੰ ਕੀ ਹੋਇਆ? ਪਜਾਮਾ ਤੇ ਪਜਾਮਾ ਹੀ ਆ। ਹੈਂ? ਤੇ ਜਾਂ ਤੇਰੇ ਕਿਹੜੇ ਟੀਚਰਾਂ ਨੇ ਮੈਨੂੰ ਕੋਈ ਪੈਸੇ ਦੇ ਦੇਣੇ ਕਿੱਥੇ ਮੈਂ ਵਧੀਆ ਕੋਈ ਪੈਂਟ ਪੁੰਟ ਕੋਟ ਖਰੀਦ ਕੇ ਲੈਵਾਂ? ਤਾਂ ਕਹਿਣ ਤੋਂ ਭਾਵ ਆ ਕਿ ਜਦੋਂ ਆਪਾਂ ਇਹ ਮਹਿਸੂਸ ਕਰਦੇ ਹਾਂ ਲੋਕੀ ਕੀ ਕਹਿਣਗੇ, ਉਹ ਲੋਕਾਂ ਨੇ ਕੀ ਕਹਿਣਾ? ਮੇਰਾ ਮਰਜ਼ੀ ਆ, ਮੈਂ ਜੋ ਮਰਜ਼ੀ ਪਾਵਾਂ। ਹੁਣ ਪੰਜਾਬ ਦੇ ਵਿੱਚ ਜਿਹੜੇ ਔਖੇ ਹੋ ਕੇ ਲੋਕੀ ਵਿਆਹ ਕਰਦੇ ਆ, ਉਹ ਆਪਣੇ ਸੁੱਖ ਲਈ ਨਹੀਂ ਕਰਦੇ, ਉਹ ਲੋਕਾਂ ਨੂੰ ਖੁਸ਼ ਕਰਨ ਲਈ ਕਰਦੇ ਆ। ਲੋਕੀ ਕੀ ਕਹਿਣਗੇ? ਲੋਕਾਂ ਤੇ ਕੁਝ ਨਹੀਂ ਕਹਿਣਾ। ਤੂੰ ਜਿੰਨਾ ਮਰਜ਼ੀ ਵਧੀਆ ਕਰ ਲੈ, ਲੋਕਾਂ ਨੇ ਸਵਾਹ ਹੀ ਪਾਉਣੀ ਹੈ ਤੇਰੇ ਸਿਰ 'ਚ। ਨਿਚਲ ਸਾਹਿਬ, ਇਹ ਵੀ ਸੱਚ ਜੇ। ਬਿਲਕੁਲ ਠੀਕ ਹੈ ਜੀ। ਜਿੱਥੇ ਮਰਜ਼ੀ ਭੱਜ ਕੇ ਚੱਲ ਜਾਓ। ਅੱਜ ਦੀ ਡੇਟ 'ਚ ਇੱਕ ਚੀਜ਼ ਨੂੰ ਦੇਖੋ, ਇਨਸਾਨ ਚਲੋ ਦਿਲ ਤੇ ਨਹੀਂ ਕਰਦਾ ਗੱਲ ਕਰਨ ਨੂੰ। ਉਹ ਜਿਹੜਾ ਵੀਰ ਦੀ ਡੈਥ ਹੋਈ ਹੈ ਨਾ, ਕੀ ਨਾਮ ਮੁੰਡੇ ਦਾ? ਉਹ ਸਿੱਧੂ। ਦੀਪ ਸਿੱਧੂ। ਉਹ ਜਦੋਂ ਧਰਨਾ ਦਿੱਤਾ ਤੇ ਉਦੋਂ ਸਿੱਖ ਏਜੰਸੀਆਂ, ਜਿਹੜੀ ਸਿੱਖ ਜਥੇਬੰਦੀਆਂ ਸੀ, ਇਹ ਕਹਿੰਦੀਆਂ ਸੀ ਕਿ ਇਹ ਨਹੀਂ ਬੰਦਾ ਸਾਡਾ, ਇਹ RSS ਨੇ ਭੇਜਿਆ। ਮੇਜਰ ਸਾਹਿਬ ਦੇਖ ਲਓ, ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਗੱਲ। ਅੱਜ ਦੀ ਡੇਟ 'ਚ ਮੈਂ ਇਹ ਦੇਖਦਾ ਬੜੇ ਨਲਾਇਕ ਨੇ ਲੋਕ, ਤੇ ਗੈਰਤ ਨਹੀਂ ਹੈਗੀ ਲੋਕਾਂ 'ਚ। ਤੁਸੀਂ ਕੋਈ ਸਟੇਟਮੈਂਟ ਕਰਦੇ ਜੋ ਨਾ, ਓਏ ਉੱਥੇ ਟਿਕੇ ਰਹੋ। ਨਹੀਂ, ਬੜੀ ਬੇਗੈਰਤ ਨੇ। ਹੁਣ ਉਹ ਕਹਿੰਦੇ ਨੇ ਉਹ ਜੀ ਸਾਡਾ ਬੰਦਾ। ਹੁਣ ਸਾਰੇ ਕਹਿੰਦੇ ਜੀ ਉਹ ਹੁਣ ਮਰ ਗਿਆ ਨਾ, ਕਿਉਂਕਿ ਮਰੇ ਦੀ ਕੀਮਤ ਹੈ ਉਹਦੀ।
ਜਿੱਦਾਂ ਹਾਥੀ ਜਿਉਂਦਾ ਸੀ ਲੱਖ ਦਾ, ਮਰ ਗਿਆ ਤੇ 1.25 ਲੱਖ ਦਾ। ਹੁਣ ਉਹਦੀ ਮੌਤ ਤੋਂ ਫਾਇਦਾ ਠਾਇਆ ਜਾ ਸਕਦਾ ਹੈ। ਤੇ ਸਾਰੇ ਕਹਿੰਦੇ ਵੀ ਉਹ ਬੰਦਾ ਬਹੁਤ ਵਧੀਆ। ਉਧਰ ਮੈਨੂੰ ਪਤਾ ਵਾ ਕਿ ਇਹਨੂੰ ਸਾਰੇ ਕਹਿੰਦੇ ਸੀ ਕਿ ਮਾੜਾ ਹੈ। ਇਹਨੂੰ ਇੱਕਦਮ ਇਹਨਾਂ ਨੇ ਬਾਹਰ ਕੱਢਤਾ ਸੀ। ਉਦੋਂ ਕੋਈ ਇਹਨੂੰ ਨਾਲ ਲਾਉਣ ਨੂੰ ਤਿਆਰ ਨਹੀਂ ਸੀ। ਕਹਿੰਦੇ ਕਿ RSS ਦਾ ਬੰਦਾ ਹੈ, ਇਹਨੇ ਚਲਾਕੀ ਚੱਲੀ ਆ, ਇਹਨੇ ਜਾ ਕੇ ਝੰਡਾ ਚੜਾਇਆ। ਹੁਣ ਉਹ ਝੰਡੇ ਦੀਆਂ ਫੋਟੋਆਂ ਫਿਰ ਪਾਈ ਜਾਂਦੇ ਕਿ ਬਹੁਤ ਵਧੀਆ ਕੀਤਾ। ਇਹ ਇਨਸਾਨ ਦੇਖੋ ਕਿੱਡਾ ਗੰਦਾ ਹੈ, ਚਿੱਕੜ। ਇਹ ਆਪਣੀ ਜ਼ਰੂਰਤ ਵੇਂਦਾ, ਇਹ ਲੋੜ ਵੇਂਦਾ, ਫਿਰ ਖੋਤੇ ਨੂੰ ਪਿਓ ਬਣਾ ਲੈਂਦਾ। ਦਿਨ ਕਿਹੜੇ ਆ, ਤੁਸੀਂ ਬੈਕ ਰਿਕਾਰਡਿੰਗ ਚੈੱਕ ਕਰ ਲਓ, YouTube ਤੇ ਮਾਰੋ। ਉਦੋਂ ਸਾਰੇ ਕਹਿੰਦੇ ਵੀ ਸਾਡਾ ਨਹੀਂ ਹੈਗਾ, ਸਾਡੇ ਨਾਲ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਬਿਲਕੁਲ ਇਹ RSS ਨੇ ਏਦਾਂ ਕੀਤਾ ਹੈ। ਇਹਨੂੰ ਇੱਕਦਮ ਮੱਖਣ ਚੋਂ ਵਾਲ ਕੱਢ ਕੇ ਤਾਂ ਬਾਹਰ ਸੁੱਟ ਦੇਈਦਾ ਨਾ, ਉਦਾਂ ਕੱਢ ਕੇ ਬਾਹਰ ਸੁੱਟਦਾ ਸੀ। ਹੁਣ ਸਾਰੇ ਕਹਿੰਦੇ ਵੀ ਜੀ ਸਾਡਾ ਹੈ। ਇਹ ਦੁਨੀਆ ਦੇਖੋ ਕਿੱਡੀ ਖਤਰਨਾਕ। ਸੋ ਇੱਥੇ ਸਮਾਜ ਦੀ ਪਰਵਾਹ ਨਹੀਂ ਕਰੀਦੀ ਹੁੰਦੀ, ਲੋਕ ਕੀ ਸੋਚਦੇ ਨੇ। ਇਹ ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕੀਤੀ। ਉਹ ਕਹਿੰਦੇ ਆ ਲਿਆਓ ਜੀ ਜਨੇਊ, ਕਹਿੰਦੇ ਲਿਆਓ, ਤਿਆਰ ਤੁਰ ਕੀਤਾ ਸਭ ਕੁਛ। ਇੱਕਦਮ ਦੁਨੀਆ ਭਰ ਦੀ ਭੀੜ, ਸਾਰੇ ਇਕੱਠੇ ਹੋਏ। ਉਹ ਕਹਿੰਦੇ ਮੈਂ ਪਾਉਣਾ ਨਹੀਂ। ਤੇ ਮੇਰੇ ਵਰਗੇ ਨੂੰ ਤੁਸੀਂ 4-5 ਮੇਰੇ ਭੈਣ ਭਰਾ ਆ ਜਾਓ, ਨਹੀਂ ਉਹ ਚਰਨਜੀਤ ਆ ਕੰਮ ਕਰ ਲਾ। ਮੈਂ ਕਹਿਣਾ ਹਾਂਜੀ ਕਰ ਲੈਂਦਾ, ਕੀ ਫਰਕ ਪੈਂਦਾ। ਨਹੀਂ ਕਰੂੰਗਾ ਤੇ ਮੈਨੂੰ ਲਾਲਚ ਦੇ ਦਿਓ। ਮੈਨੂੰ ਕੋਈ ਚਰਨਜੀਤ ਇੰਨਾ ਲਾਲਚ ਦੇਣੇ ਤੈਨੂੰ ਆ ਕੰਮ ਕਰੇਗਾ। ਮੈਂ ਕਹੂੰਗਾ ਲਿਆਓ ਜੀ ਇੰਨੇ ਕੁ ਪੈਸੇ ਦਿਓ ਤੇ ਕੰਮ ਨਿਬੇੜਦੇ ਆਪਾਂ। ਪਰ ਉਹ ਨਹੀਂ ਜੋ ਮੰਨਦੇ, ਬੜੇ ਕੱਟੜੇ ਗਏ ਨੇ ਉਹ। ਹੁਣ ਇੱਥੇ ਚੀਜ਼ ਨੂੰ ਸਮਝੋ, ਉਹ ਜਿਹੜਾ ਜੀਵਨ ਬਤੀਤ ਕਰਦੇ ਨੇ ਬ੍ਰਹਮ ਗਿਆਨੀ, ਉਹ ਸਮਾਜ ਨੂੰ ਖੁਸ਼ ਕਰਨ ਵਾਸਤੇ ਤੇ ਕਿਤੇ ਨਹੀਂ ਕਰਦੇ। ਉਹ ਨਹੀਂ ਚਾਹੁੰਦੇ ਕਿ ਲੋਕ ਸਾਡੇ ਗੱਲ 'ਚ ਹਾਰ ਪਾਉਣ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੇ, ਅੱਜ ਵੀ ਗੁਰੂ ਨਾਨਕ ਪਾਤਸ਼ਾਹ ਦੁਬਾਰਾ ਧਰਤੀ ਤੇ ਆ ਜਾਣ, ਜਾਓ ਮੈਂ ਤੁਹਾਨੂੰ ਕਹਿੰਦਾ ਜੋ ਚੈਲੰਜ ਕਰਦਾ, ਉਹਨਾਂ ਮਗਰ 50 ਬੰਦੇ ਨਹੀਂ ਜੋ ਤੁਰਨੇ। ਬਿਲਕੁਲ ਸਹੀ ਗੱਲ। ਸਾਰੇ ਬਾਣੀ ਪੜ੍ਹਦੇ ਜੋ, ਜਿੰਨੇ ਵੀ ਬਾਣੀ ਪੜ੍ਹਦੇ ਆ, ਖਾਸ ਕਰਕੇ ਵੇਖੋ ਉਹਨਾਂ ਦੇ ਬਰਖਲਾਫ ਹੋ ਜਾਣਗੇ ਸਾਰੇ। ਕਿਉਂਕਿ ਹੁਣ ਉਹ ਬਾਣੀ ਦਾ ਫਾਇਦਾ ਹੈ, ਨਜ਼ਰ ਸਾਹਿਬ ਉੱਥੋਂ ਪੈਸਾ ਕਮਾਈ ਹੁੰਦੀ ਹੈ। ਸਹੀ ਹੈ ਨਜ਼ਰ ਸਾਹਿਬ? ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈਗੀ। ਤੁਸੀਂ ਕੋਈ ਗੁਰਦੁਆਰੇ ਦੀ ਗੱਲ ਕਰਦੇ, ਜੋ ਗੁਰਦੁਆਰੇ ਦੇ ਅੰਦਰ ਜੋ ਵੀ ਉਹਨਾਂ ਦੀ ਬਾਣੀ ਦੀ ਜੋ ਨਿਰਦੇਸ਼ ਨੇ, ਤੁਸੀਂ ਕਹੋ ਲੋਕਾਂ ਨੂੰ ਆਓ ਕਰੀਏ। ਚੈਲੰਜ ਕਰਕੇ ਕਹਿਣਾ, ਇੱਕ ਬੰਦਾ ਵੀ ਹੱਥ ਖੜਾ ਕਰ ਦੂਗਾ ਨਾ ਤੇ ਮੇਰੇ ਵੱਲ ਆ ਜਿਓ, ਮੈਨੂੰ ਕਿਹਾ ਚਰਨਜੀਤ ਤੂੰ ਝੂਠਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਥਾਂ ਥਾਂ ਤੇ ਉਸ ਇਲਾਹੀ ਦਾ, ਇਲਹਾਮ ਦਾ ਪ੍ਰਚਾਰ ਕਰਦੇ ਸਨ, ਲੋਕੀ ਕਹਿੰਦੇ ਸਨ ਇਹ ਭੂਤਨਾ ਹੈ, ਇਹ ਬੇਤਲ ਹੈ, ਇਹਨੂੰ ਕੁਰਾਈਆ ਵਾ। ਦੇਖੋ ਉਹਨਾਂ ਨੇ ਬਾਣੀ 'ਚ ਲਿਖਿਆ, ਕਹਿੰਦੇ ਲੋਕਾਂ ਕਿਹਾ। ਅੱਜ ਦੀ ਡੇਟ 'ਚ ਵੀ ਹੁਣ ਤੇ ਗੱਲ ਬਣੀ ਪਈ ਹੈ। ਤੇ ਹੁਣ ਵੇਖੋ ਇਹ ਉਹ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਾਅਦ ਵੇਖੋ ਕਿੱਡੀ ਛੇਤੀ ਤੇ ਉੱਥੇ ਡਿਸਪਿਊਟ ਪੈ ਗਿਆ। ਮੁੜ ਕੇ ਪਤਾ ਨਹੀਂ ਕਿੰਨੀਆਂ ਪੀੜੇ ਲੋਕਾਂ ਨੇ ਡਾਲੇ ਸੀ ਆਪਣੇ। ਇਹ ਵੀ ਗੁਰੂ ਹੈਗੇ ਆ ਐਕਚੁਅਲੀ। ਜਿਹੜਾ ਨਾ ਗੋਰਖੀ ਸਾਹਿਬ ਦੇਖੋ, ਹੁਣ ਦੀ ਵੀ ਲੇਟੈਸਟ ਜਿਹੜੀ ਹੈਗੀ ਆ, ਦੇਖ ਲਓ USA ਦੇ ਵਿੱਚ ਗੁਰਦੁਆਰੇ ਦੇ ਵਿੱਚ ਗੁਰਦੁਆਰੇ ਦੀ ਕਮੇਟੀ ਜਿਹੜੀ ਹੈਗੀ ਆ, ਇੱਕ ਆਪਣੇ ਜਿਹੜੇ ਹੈਗੇ ਉੱਥੇ ਦੇ ਜਿਹੜੇ ਰਾਗੀ, ਉਹ ਥੋੜ੍ਹੇ ਧਾਰਮਿਕ ਹੈਗੇ, ਧਿਆਨ ਸਿਮਰਨ ਕਰਨ ਵਾਲੇ, ਅਤੇ ਉਹ ਨਾਮ ਦੀ ਗੱਲ ਕਰਦੇ ਸੀਗੇ, ਬਹੁਤ ਵਧੀਆ ਕੀਰਤਨ ਕਰਕੇ ਨਾਮ ਦੀ ਗੱਲ ਕਰਦੇ ਸੀਗੇ। ਅਤੇ ਕਮੇਟੀ ਨੇ ਉਹਨਾਂ ਨੂੰ ਬੁਲਾ ਕੇ ਵਾਰਨਿੰਗ ਦੇ ਦਿੱਤੀ, ਕਹਿੰਦੇ ਭਾਈ ਸ਼ਬਦ ਗਾਇਆ ਕਰੋ ਬਸ, ਉਸ ਤੋਂ ਬਾਅਦ ਜਿਹੜਾ ਹੈ ਅੱਗੇ ਵਿਆਖਿਆ ਨਾ ਕਰੋ ਇਹ ਵਾਹਿਗੁਰੂ ਵਾਹਿਗੁਰੂ, ਇਹ ਜਿਹੜੀ ਵਿਆਖਿਆ ਨਹੀਂ ਕਰਨੀ ਕੁਛ ਵੀ, ਬਸ ਸ਼ਬਦ ਗਾ ਦਿਆ ਕਰੋ ਬਸ। ਹੁਣ ਦੀ ਗੱਲ ਹੈ। ਨਿਜਰ ਸਾਹਿਬ ਉਹ ਕਹਿੰਦੇ ਤੁਸੀਂ ਮਸ਼ਰੂਮ ਵਾਂਗੂ ਨਾ ਹਨੇਰੇ 'ਚ ਰਹੋ ਬਸ। ਹਾਂ, ਅਸੀਂ ਤੁਹਾਨੂੰ ਖਵਾਵਾਂਗੇ, ਤੁਹਾਨੂੰ ਖਾਦ ਪਾਵਾਂਗੇ, ਪਰ ਇੱਕ ਚੀਜ਼ ਤੁਹਾਨੂੰ ਨਹੀਂ ਦੇਣੀ, ਉਹ ਲਾਈਟ। ਤੁਹਾਨੂੰ ਪ੍ਰਕਾਸ਼ 'ਚ ਨਹੀਂ ਲੈ ਕੇ ਆਇਆ ਜਾਵੇਗਾ। ਹਾਂ, ਤੁਹਾਨੂੰ ਵੱਡੇ ਕਰਕੇ ਪਤਾ ਉਦੋਂ ਲੱਗੋ, ਲਾਈਟ 'ਚ ਉਦੋਂ ਲੈ ਕੇ ਆਵਾਂਗੇ ਜਦੋਂ ਤੁਹਾਨੂੰ ਜੜ੍ਹਾਂ ਤੋਂ ਪੁੱਟ ਲਾਂਗੇ ਵੇਚਣ ਵਾਸਤੇ। ਕਹਿੰਦੇ ਮਸ਼ਰੂਮ ਨੂੰ ਹਨੇਰੇ 'ਚ ਰੱਖੋ, ਜੋ ਮਰਜ਼ੀ ਖਵਾਓ, ਉਹ ਮੋਟੇ ਹੁੰਦੇ ਆ, ਤੇ ਉਹਨੂੰ ਬਾਹਰ ਉਦੋਂ ਹੀ ਕੱਢਣਾ ਵਾ ਜਦੋਂ ਉਹਦੀਆਂ ਜੜ੍ਹਾਂ ਪੁੱਟਦੀਆਂ। ਤੋ ਕਹਿਣ ਤੋਂ ਭਾਵ ਇਹ ਆ ਕਿ ਦੇਖੋ, ਇੱਕ ਚੀਜ਼ ਨੂੰ ਸਮਝੋ,
ਉਹ ਬੰਦਾ ਕਿੱਡਾ ਕੁ ਸਿਆਣਾ ਹੋਊਗਾ ਜਿਹੜਾ ਇੱਕ ਬੰਦੇ ਤੇ ਵਿਸ਼ਵਾਸ ਕਰਕੇ ਆਪਣਾ ਜੀਵਨ ਵੇਸਟ ਕਰ ਲੈਂਦਾ। ਦੇਖ ਲਓ, ਜੀਵਨ ਤਾਂ ਆਪਣਾ ਵੇਸਟ ਹੋਣਾ ਹੈ ਭਾਈ। ਨਿੱਜਰ ਸਾਹਿਬ ਬੰਦੇ ਨੂੰ ਡਰਾ ਦਿੰਦੇ ਨੇ, ਪੰਗਾ ਤੇ ਆ। ਜਦੋਂ ਇਹਨਾਂ ਕੋ ਬੰਦਾ ਕੋਈ ਪਹੁੰਚ ਜਾਂਦਾ ਨਾ, ਉਹਦਾ ਬ੍ਰੇਨ ਵਾਸ਼ ਕਰ ਦਿੰਦੇ। ਬਿਲਕੁਲ ਡਰਾ ਵੀ ਦਿੰਦੇ ਆ ਗੋਰਖੀ ਸਾਹਿਬ। ਬੰਦਾ ਜਿਹੜਾ ਹੈਗਾ ਇਸ ਪਾਸੇ ਜਿਹੜਾ ਹੈਗਾ ਸੋਚਣਾ ਹੀ ਪਸੰਦ ਨਹੀਂ, ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਸੋਚਣ ਦੇ ਵਾਸਤੇ। ਬਸ ਇਸ ਪਾਸੇ ਤਾਂ ਸਵਾਸ ਲਾਉਣੇ ਪਸੰਦ ਹੀ ਨਹੀਂ ਕਰਦਾ ਉਹ। ਵਿਵੇਕ ਬੁੱਧੀ ਆਪਣੀ ਲਾਉਣਾ ਹੀ ਨਹੀਂ ਚਾਹੁੰਦਾ ਇਸ ਪਾਸੇ। ਉਹ ਤਾਂ ਬਸ ਦੂਸਰੇ ਦਾ ਪੱਕਿਆ ਪਕਾਇਆ ਕਹਿੰਦੇ ਥਾਲੀ 'ਚ ਪੱਕ ਕੇ ਆ ਜੇ ਰੋਟੀ। ਨਿੱਜਰ ਸਾਹਿਬ ਨਹੀਂ, ਨਿੱਜਰ ਸਾਹਿਬ ਉਹ ਤਾਂ ਪੱਕਿਆ ਪਕਾਇਆ ਤਾਂ ਹੈਗਾ ਹੀ ਹੈਗਾ। ਉਹ ਉਹਦੇ ਅੰਦਰ ਜਿਗਿਆਸਾ ਖਤਮ ਕਰ ਦਿੰਦੇ ਆ। ਪਿਆਸ ਵੀ ਤੇ ਹੋਣੀ ਚਾਹੀਦੀ ਨਾ। ਆਪ ਮੈਨੂੰ ਕਹੋ ਕਿ ਚਰਨਜੀਤ ਇਹ ਲੈ ਪਾਣੀ ਤੇ ਪੀ ਕੇ ਤੇ ਠੰਡਾ ਹੋ ਕੇ ਬਹਿ ਜਾ। ਹੁਣ ਮੈਨੂੰ ਪਾਣੀ ਨਾ ਦਿਓ ਤੇ ਪਿਆਸ ਤੇ ਵਧਣੀ ਹੈ ਨਾ। ਬਿਲਕੁਲ। ਤੇ ਜਦੋਂ ਤੁਸੀਂ ਮੈਨੂੰ ਕਹਿ ਦੇਣਾ ਕਿ ਚਰਨਜੀਤ ਤੈਨੂੰ ਕੁਝ ਕਰਨ ਦੀ ਲੋੜ ਹੀ ਨਹੀਂ, ਤੂੰ ਗੁਰੂ ਵਾਲਾ ਬਣ ਗਿਆ, ਕੰਮ ਤੇ ਰੋਕ ਆ ਗਿਆ ਤੇਰਾ, ਤੇ ਫਿਰ ਮੇਰੇ ਚ ਜਿਗਿਆਸਾ ਕਿੱਥੋਂ ਆਊਗੀ? ਪਾਣੀ ਕਹਿਣ ਦੀ ਜਦ ਤੱਕ ਤੇਰੇ ਅੰਦਰ ਇੱਛਾ ਸ਼ਕਤੀ ਨਹੀਂ ਪੈਦਾ ਹੁੰਦੀ, ਤੂੰ ਕੁਝ ਕਰ ਨਹੀਂ ਸਕਦਾ, ਭਗਤੀ ਵੀ ਨਹੀਂ ਕਰ ਸਕਦਾ ਨਾ। ਉਹ ਕਹਿੰਦੇ ਤੇਰੀ ਟੈਨਸ਼ਨ ਨਹੀਂ, ਟੈਨਸ਼ਨ ਤੇ ਸਾਡੀ ਹੈ। ਤੇ ਜਦੋਂ ਨਿੱਜਰ ਸਾਹਿਬ ਤੁਸੀਂ ਮੈਨੂੰ ਕਹਿ ਦਿਓ ਕਿ ਰਣਜੀਤ ਤੇ ਤੇਰਾ ਪੇਪਰ ਮੈਂ ਦੇ ਦੂੰਗਾ, ਤੇ ਮੈਂ ਫਿਰ ਤੁਹਾਡੇ ਕੋਲ ਪੜ੍ਹਨ ਕਿਉਂ ਆਉਣਾ? ਨਾ ਨਾ ਨਾ, ਇਹ ਬਾਣੀ ਜਿਹੜੀ ਹੈਗੀ ਪੂਰਾ ਗੁਰੂ ਗ੍ਰੰਥ ਸਾਹਿਬ ਜਿਹੜੀ ਹੈਗੀ, ਪੂਰਾ ਗੁਰੂ ਗ੍ਰੰਥ ਸਾਹਿਬ ਕੀ ਜਿਹੜੇ ਮਰਜ਼ੀ ਜਿਹੜੇ ਹੈਗੇ ਤੁਸੀਂ ਧਰਮ ਦੀ ਬਾਣੀ ਲੈ ਲਓ, ਜਿਹੜੀ ਵੀ ਬ੍ਰਹਮ ਬਾਣੀ ਹੋਊਗੀ, ਉਹਨੇ ਆਪਾਂ ਨੂੰ ਸਿਰਫ ਜਿਹੜਾ ਹੈਗਾ ਪ੍ਰਿਪੇਅਰ ਕਰਾਉਣਾ ਹੈ, ਆਪਾਂ ਨੂੰ ਭਗਤੀ ਕਰਨ ਦੇ ਵਾਸਤੇ ਤਿਆਰ ਕਰਵਾਉਣਾ ਹੈ। ਬਸ ਪਿਆਰ ਪਾਉਣਾ ਹੈ ਆਪਣਾ, ਇੰਨਾ ਹੀ ਕਰ ਸਕਦੀ ਹੈ। ਭਗਤੀ ਆਪਾਂ ਨੂੰ ਕਰਨੀ ਪੈਣੀ ਹੈ ਭਾਈ। ਹਾਂਜੀ ਗੋਰਖੀ ਸਾਹਿਬ। ਹਾਂ ਬਸ ਏਦਾਂ ਹੀ ਆ। ਤੇ ਉਹ ਇੱਕ ਗੱਲ ਫਿਰ ਆਪਾਂ ਕਲੀਅਰ ਕਰ ਦਈਏ ਪਲੀਜ਼, ਜਿਹੜਾ ਨਾਟਕ ਆਪਾਂ ਕਰਕੇ ਲੋਕਾਚਾਰੀ ਨੂੰ ਖੁਸ਼ ਕਰਦੇ ਆ, ਬਾਣੀ ਉਹ ਕਹਿੰਦੀ ਆ ਕਿ ਭਈ ਨਾ ਏਦਾਂ ਕਰ, ਤੂੰ ਜਿੱਦਾਂ ਦਾ ਵੀ ਹੈਗਾ ਕਮ ਸੇ ਕਮ ਉਹਨੂੰ ਕਲੀਅਰ ਕੱਟ ਕਰ। ਕਿਉਂਕਿ ਕਾਫੀ ਕੁਝ ਜਿਹੜਾ ਆਪਾਂ ਸਰੀਰ ਦੇ ਨਾਲ ਕਰਦੇ ਆ ਨਾ, ਉਹ ਕੇਵਲ ਕਾਫੀ ਹੱਦ ਤੱਕ ਲੋਕਾਂ ਨੂੰ ਦਿਖਾਉਣ ਵਾਸਤੇ। ਧਰਮ ਅੱਜ ਦੀ ਡੇਟ 'ਚ ਕੇਵਲ ਆਊਟਲੁੱਕ ਆ। ਮਤਲਬ ਸੱਜਣ ਠੱਗ ਕਹਿ ਲੋ, ਐਸੇ ਉਹ ਠੱਗ ਗਿਆ ਪਰ ਅੱਗੇ ਸੱਜਣ ਲਾ ਲਿਆ। ਨਿੱਜਰ ਸਾਹਿਬ ਬਿਲਕੁਲ ਠੀਕ ਆ। ਉਹ ਬਾਣੀ ਨੂੰ ਕਹਿੰਦੇ ਜੇ ਬੰਗਲੇ ਬਗਲੇ। ਹਾਂਜੀ ਬੰਗਲੇ ਭਗਤ ਹੈ, ਚਿੱਟੇ ਰੰਗ ਆ, ਕੱਪੜਾ ਕੁਪੜਾ ਓਕੇ ਰਿਪੋਰਟ ਆ, ਪਰ ਅੰਦਰ ਬਿਰਤੀ ਠੀਕ ਨਹੀਂ ਹੈ। ਬਿਰਤੀ 'ਚ ਮੱਛੀਆਂ। ਬਿਲਕੁਲ। ਨਿੱਜਰ ਸਾਹਿਬ ਤੇ ਗੁਰਕੀ ਸਾਹਿਬ, ਇੱਕ ਇੰਗਲਿਸ਼ ਦਾ ਪ੍ਰਵਰਬ ਹੈਗਾ, closer to church further away from God। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਉਹ ਨਾ ਇੱਕ ਪਤਾ ਨਹੀਂ, ਮੈਂ ਉਹ ਨਿੱਕੀ ਕਿਤਾਬ 'ਚ ਬੜੀ ਛੋਟੀ ਜਿਹੀ ਕਹਾਣੀ, ਇੱਕ ਕਾਲਾ, ਮੈਨੂੰ ਹੁਣ ਪਤਾ ਨਹੀਂ ਆ ਆਪਣੇ ਜਿੱਦਾਂ ਪੰਜਾਬੀ ਕਿਹੜੇ ਕਸਰ ਘੱਟ ਕਰਦੇ ਆ, ਆਪਣੇ ਜਿੰਨੇ ਬੇਵਕੂਫ ਲੋਕ ਨੇ ਨਾ ਸਿੱਖ ਕੌਮ 'ਚ, ਦੂਜਿਆਂ ਨੂੰ ਘੱਟ ਗਿਆ ਕਰੀ, ਅਸੀਂ ਜ਼ਿਆਦਾ ਵੱਡੇ ਬੇਵਕੂਫ ਆ। ਇੱਕ ਪਿੰਡ 'ਚ 3-3 4-4 ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਏ ਆਪਾਂ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤੇ ਬਾਣੀ ਇੱਕ ਹੀ, ਅਸੀਂ ਵੀ ਉਹ ਗੋਰਿਆਂ ਦਾ ਚਰਚ ਸੀ ਤੇ ਉਹ ਇੱਕ ਕਾਲੇ ਦਾ ਚਰਚ ਵੱਖਰਾ ਹੁੰਦਾ। ਮੈਨੂੰ ਤਾਂ ਪਤਾ ਨਹੀਂ, ਮੈਂ ਕਿਹੜਾ ਉਹਨਾਂ ਚਰਚਾਂ 'ਚ ਜਾ ਕੇ ਵੇਖਿਆ, ਪਰ ਮੈਂ ਏਦਾਂ ਸੁਣਿਆ ਕਿ ਕਾਲਿਆਂ ਦਾ ਚਰਚ ਵੱਖਰਾ ਹੁੰਦਾ ਤੇ ਗੋਰਿਆਂ ਦਾ ਵੱਖਰਾ, ਜਿੱਦਾਂ ਆਪਣੇ ਪੰਜਾਬ 'ਚ ਲੋਕੀ ਕਰਦੇ ਬੇਵਕੂਫੀਆਂ। ਤੇ ਵੈਸੇ ਤੇ ਲੰਗਰ ਤੇ ਪੰਗਤ ਦੀ ਜਿਹੜੀ ਸੰਸਥਾ ਚਲਾਈ ਸੀ, ਬਾਣੀ ਸਾਰਿਆਂ ਦੀ ਮਿਕਸ ਕੀਤੀ ਸੀ। ਇਹ ਸਾਡੇ ਬੇਵਕੂਫ ਮਨ ਨੂੰ ਸਮਝਾਉਣ ਦੇ ਲਈ, ਸਾਡੀ ਸੋਚ ਨੂੰ ਬਦਲਿਆ ਸੀ। ਗੁਰੂ ਨਾਨਕ ਪਾਤਸ਼ਾਹ ਨੇ ਕਹਲਾਮ ਕੀਤਾ ਸੀ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ੍ਹਾ ਉਪਜਿਆ ਕੌਣ ਭਲੇ ਕੋ ਮੰਦੇ। ਪਰ ਨਹੀਂ, ਆਪਾਂ ਛੱਡਤਾ, ਆਪਾਂ ਉੱਥੇ ਬੈਠੇ ਆ, ਪਤਾ ਨਹੀਂ ਕਿੱਥੇ ਬੈਠੇ ਆ। ਅੱਛਾ, ਉਹ ਕਹਿੰਦੇ ਕਾਲਾ ਸੀ ਤੇ ਗੋਰਿਆਂ ਦੇ ਚਰਚ ਚੱਲ ਗਿਆ। ਹੁਣ ਉਹ ਗੋਰੇ ਨੇ ਵੇਖਿਆ ਬੰਦਾ ਤੇ ਕਾਲਾ ਵਾ, ਇਹ ਤੇ ਕਹਿੰਦਾ ਕਿੱਧਰ ਆਇਆ? ਕਹਿੰਦਾ ਮੈਂ ਤੇ ਇੱਥੇ, ਮੇਰਾ ਮਨ ਕੀਤਾ ਰੱਬ ਨੂੰ ਮਿਲਣਾ ਹੈ। ਉਹ ਕਹਿੰਦਾ ਕਿ ਤੂੰ ਆਪਣੇ ਮਨ ਨੂੰ ਸੁੱਚਾ ਕੀਤਾ ਹੀ? ਤੇ ਕਹਿੰਦਾ ਕਾਲਾ, ਕਹਿੰਦਾ ਇਹ ਮਨ ਤੇ ਨਹੀਂ ਸੁੱਚਾ ਭਰਾਵਾ ਮੇਰਾ। ਕਹਿੰਦਾ ਜਾ ਪਹਿਲਾਂ ਸੁੱਚਾ ਕਰਕੇ ਲਿਆ, ਜਾ ਇਹਨੂੰ ਸ਼ੁੱਧ ਕਰ। ਉਹ ਗਿਆ ਤੇ ਉਹ ਕਾਲਾ ਮੁੜ ਕੇ ਆਇਆ ਹੀ ਨਾ। ਕਾਫੀ ਸਮਾਂ ਲੰਘ ਗਿਆ ਤੇ ਫਿਰ ਫਿਰ ਇਹ ਜਿਹੜਾ ਪਾਦਰੀ ਸੀ ਉਹਨੂੰ ਮਿਲਿਆ, ਉਹ ਜਿਹੜਾ ਕਾਲਾ, ਤੇ ਉਹਦੀਆਂ ਅੱਖਾਂ 'ਚ ਪੂਰੇ ਨਸ਼ੇ ਛਾਏ ਤੇ ਐ ਖੁਸ਼। ਉਹਨੇ ਪਾਦਰੀ ਵੱਲ ਵੇਖਿਆ ਹੀ ਨਹੀਂ, ਐ ਆਪਣੀ ਮਸਤੀ ਤੁਰਿਆ ਜਾਵੇ। ਤੇ ਪਾਦਰੀ ਨੂੰ ਸ਼ੱਕ ਪਿਆ, ਕਹਿੰਦਾ ਗੱਲ ਸੁਣ, ਤੂੰ ਮੁੜ ਕੇ ਆਇਆ ਨੀ ਮੇਰੇ ਕੋਲ ਉੱਥੇ ਚਰਚ 'ਚ, ਤੇ ਕੀ ਗੱਲ ਹੋਈ?
ਉਹ ਕਹਿੰਦਾ ਮੈਂ ਜਦੋਂ ਘਰੇ ਵਾਪਸ ਆਉਂਦਿਆ ਹਾਂ ਤੇ ਮੈਂ ਰੱਬ ਨੂੰ ਪੁੱਛਿਆ ਕਿੱਦਾਂ ਮਸਲਾ ਕੀ ਆ, ਤੇ ਰੱਬ ਅੱਗੋਂ ਮੈਨੂੰ ਕਹਿੰਦਾ ਜਿਹੜਾ ਪਾਦਰੀ ਆ ਨਾ ਉਹਨੇ ਕਿਤੇ ਮੈਨੂੰ ਨਹੀਂ ਵੰਡ ਦਿੱਤਾ, ਤੈਨੂੰ ਕਿੱਥੇ ਵੰਡ ਦੇਣਾ। ਕੋ ਪਾਦਰੀ ਜਿਹੜੇ ਹੁੰਦੇ ਆ, ਜਿਹੜੇ ਲੋਕ ਹੁੰਦੇ ਨੇ ਉੱਥੋਂ ਦੇ ਮਨਖੱਟੂ ਕਹਿ ਲੋ, ਇਹ ਫਿਰ ਓਵਰਟੇਕ ਕਰ ਜਾਂਦੇ ਆ ਤੇ ਫਿਰ ਉੱਥੇ ਫਲੋ ਬੰਦ ਹੋ ਜਾਂਦਾ। ਵੈਸੇ ਧਾਰਮਿਕ ਸਥਾਨ ਤੇ ਇਸ ਲਈ ਬਣਾਏ ਸੀ ਕਿ ਚਲੋ ਇੱਥੇ ਕੋਈ ਮਲੰਗ ਮਿਲ ਗਏ, ਕੋਈ ਹਿੰਦੂਆਂ ਦਾ ਮਲੰਗ ਆ ਗਿਆ, ਕੋਈ ਇੱਧਰ ਮੁਸਲਮਾਨਾਂ ਦਾ ਆ ਗਿਆ, ਮਹਿਫਲਾਂ ਲੱਗੀਆਂ ਰਹਿਣ, ਗਿਆਨੀ ਲੋਕ ਆਉਣ, ਆਪਣੇ ਵਿਚਾਰ ਦੇਣ, ਸੰਸਾਰ ਦਾ ਭਲਾ ਹੋਵੇ, ਇਕੱਠੇ ਬਹਿਣ। ਇੱਕ ਸੋਚ ਸੀ ਉਹ ਸਿੱਖ ਧਰਮ, ਚੰਗੀ ਸੋਚ, ਚੰਗਾ ਜੀਵਨ ਜੀਣਾ, ਚੰਗਾ ਆਚਰਣ। ਔਰ ਫਿਰ ਗੁਰੂਆਂ ਨੇ ਕੇਵਲ ਗੱਲਾਂ ਨਹੀਂ ਕੀਤੀਆਂ, ਉਸ ਅਨੁਸਾਰ ਜੀਵਨ ਵੀ ਬਤੀਤ ਕੀਤਾ। ਬਿਲਕੁਲ। ਤੇ ਬਾਅਦ ਚ ਆਪਾਂ ਕੀ ਕੀਤਾ? ਆਪਾਂ ਬਿਲਕੁਲ ਯੂ ਟਰਨ ਮਾਰਿਆ, ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਸ਼ੁਰੂ ਕੀਤੀ ਉਹ ਤੋਂ ਪਿੱਛੇ ਚੱਲ ਗਏ ਆਪਾਂ। ਬਸ ਜਿਹੜੀ ਬਾਣੀ, ਜਿਹੜਾ ਗੁਰੂ ਆਪਾਂ ਨੂੰ ਜਿਹੜਾ ਗਿਆਨ ਆਪਾਂ ਨੂੰ ਦੇ ਕੇ ਗਏ ਸੀਗੇ, ਉਹਨਾਂ ਦੇ ਉੱਤੇ ਰੁਮਾਲੇ ਪਾ ਕੇ ਉਹਨੂੰ ਢੱਕ ਲਿਆ। ਨਾ ਤਾਂ ਆਪ ਲਿਆ ਉਹਦੇ ਚੋਂ ਸੇਧ, ਨਾ ਆਪ ਜਿਹੜਾ ਕੁਛ ਉਹਦੇ ਨਾਲੋਂ ਲਾਭ ਲੈ ਸਕੇ ਆਪਾਂ, ਨਾ ਜਿਹੜਾ ਦੁਨੀਆ ਨੂੰ ਦੇ ਸਕੇ ਆਪਾਂ। ਉਹ ਕਹਿੰਦੇ ਨਾ ਕਿ ਉਹਨਾਂ ਨੇ ਇੱਕ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਉੱਥੇ ਪੋਥੀ ਰੱਖ ਲਈ ਉਹਨਾਂ ਨੇ, ਤੇ ਉਹ ਪੋਥੀ ਫਿਰ ਉਹਨਾਂ ਨੇ ਗੁਰੂਆਂ ਨੇ ਕਿਹਾ ਜਿਹੜੇ ਪੜ੍ਹਨ ਵਾਲੇ ਉਹ ਅੰਨੇ ਰਹਿਣਗੇ। ਹਾਂ, ਉਹ ਜਿਹੜੀ ਮੇਰੇ ਖਿਆਲ ਉਹਨਾਂ ਨੂੰ ਦਿੱਤੀ ਨਹੀਂ ਸੀਗੀ, ਇਹ ਜਿਹੜੇ ਹੈਗੇ ਆ। ਹਾਂ, ਇਹ ਪੋਥੀ ਦਿੱਤੀ ਨਹੀਂ। ਹਾਂ, ਬਿਲਕੁਲ ਸਹੀ ਗੱਲ ਹੈ। ਤੇ ਹੁਣ ਵੀ ਏਦਾਂ ਹੀ ਕਰਦੇ। ਗੁਰਕੀ ਸਾਹਿਬ ਜੀ, ਵਾਹਿਗੁਰੂ ਜੀ, ਉਹ ਕਰਤਾਰਪੁਰ ਹੋਇਆ ਬੀੜ ਜਿਹੜੀ ਇਸ ਵੇਲੇ ਜਿਹੜੀ ਤੁਸੀਂ ਗੱਲ ਜ਼ਿਕਰ ਕਰ ਰਹੇ ਹੋ, ਉਹ ਨਹੀਂ ਸੀ ਦਿੱਤੀ ਜਿਹੜੀ ਪੋਥੀ ਪਰਮੇਸ਼ਰ ਦਾ ਥਾਨ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਸੰਪਾਦਿਤ ਕੀਤੀ ਸੀ, ਉਹ ਹੈ ਜੀ। ਮਿਹਰਬਾਨੀ ਜੀ। ਅੱਛਾ। ਤੇ ਉਹ ਅਸਲ ਦੇ ਵਿੱਚ ਪਤਾ ਕੀ ਹੈ, ਗਿਆਨ ਨੂੰ ਤੁਸੀਂ ਗਿਆਨ ਦੇ ਤੌਰ ਤੇ ਸਮਝ ਸਕਦੇ ਜੋ, ਉਹਦੇ ਨਾਲ ਤੁਸੀਂ ਕੁਛ ਲਾਓ ਨਾ। ਕਿ ਜਿਹੜਾ ਗਿਆਨ ਹੁੰਦਾ, ਜਿਹੜਾ ਬ੍ਰਹਮ ਗਿਆਨ, ਹਮੇਸ਼ਾ ਹੀ ਰੂਪ ਤੋਂ, ਰੰਗ ਤੋਂ, ਰੇਖ ਤੋਂ ਪਰੇ ਹੁੰਦਾ। ਨਿਜਾ ਸਾਹਿਬ, ਬਿਲਕੁਲ। ਉਸ ਨੂੰ ਅਸੀਂ ਕਹਿੰਦੇ ਹਾਂ ਕਿ ਇਕੱਲੇ ਸਿੱਖਾਂ ਦਾ, ਫਿਰ ਪ੍ਰੋਬਲਮ ਹੋ ਜਾਂਦੀ ਜੀ, ਫਿਰ ਬੜੀ ਪ੍ਰੋਬਲਮ ਹੋ ਜਾਂਦੀ। ਫਿਰ ਤੇ ਬਲੌਕ ਹੋ ਗਿਆ ਨਿਜਾ ਸਾਹਿਬ, એનર્ਜੀ ਰੁਕ ਗਈ। ਨਾ ਬ੍ਰਹਮ ਗਿਆਨ ਤਾਂ ਜਿਹੜਾ ਮਨੁੱਖਤਾ ਦਾ ਹੈ, ਸਾਰੀ ਮਨੁੱਖਤਾ ਦਾ ਇਹ ਗਿਆਨ ਜਿਹੜਾ ਹੈਗਾ, ਇਹੋ ਜਿਹਾ ਰੇਅਰ ਜਿਹੜਾ ਹੈਗਾ ਆਪਣੇ ਕੋਲ ਗਿਆਨ ਹੈਗਾ, ਇਹ ਤਾਂ ਭਾਈ ਰਹਿੰਦੀ ਦੁਨੀਆ ਤੱਕ ਜਿਹੜਾ ਹੈਗਾ ਪੂਰੀ ਮਨੁੱਖਤਾ ਦੀ ਸੇਧ ਦੇ ਕਰ ਸਕਦਾ ਹੈ ਭਾਈ, ਇੰਨਾ ਸ਼ੁੱਧ ਗਿਆਨ। ਆਪ ਜਸਟ ਦੇਖੋ, ਉਸ ਦਿਨ ਮੈਂ ਇੱਕ ਗੋਰੀ ਦੀ ਪਤਾ ਨਹੀਂ ਕੋਈ ਸਪੀਚ ਸੁਣੀ, ਉਹ ਕਹਿੰਦੀ ਕਿ ਮੈਂ ਸੁਣ ਕੇ ਹੈਰਾਨ ਹੋ ਗਈ ਕਿ ਅੱਜ ਤੋਂ 700-800 ਸਾਲ ਪਹਿਲਾਂ ਹੀ ਜਿਹੜੇ ਔਰਤਾਂ ਦੇ ਹੱਕ, ਉਹਦੇ ਬਾਰੇ ਬਾਣੀ 'ਚ ਲਿਖਿਆ। ਤਾਂ ਦੀ ਸੋਚ ਹੈ ਉਹਨਾਂ ਦੀ। ਭੰਡੇ ਜੰਮੇ, ਹਨਾ, ਭੰਡ ਜੰਮੀਏ ਭੰਡ ਨਿੰਮੀਏ। ਹਾਂ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਭੰਡ ਨਿੰਮੀਏ ਭੰਡ ਜੰਮੀਏ। ਅੱਜ ਦੀ ਡੇਟ, ਹਾਂਜੀ, ਅੱਜ ਦੀ ਡੇਟ 'ਚ ਆਪਾਂ ਕਹਿੰਦੇ ਨਾ ਕਿ ਜੈਂਡਰ ਜਿਹੜਾ ਵਾ ਉਹ ਬਰਾਬਰ ਇਕੁਅਲ ਰਿਸਪੈਕਟ ਮਿਲਣੀ ਚਾਹੀਦੀ ਹੈ। ਗੁਰੂਆਂ ਨੇ ਤੁਸੋਂ ਦਿੱਤੀ ਸੀ, ਫਿਰ ਆਪਣੇ ਨਲਾਇਕਾਂ ਨੇ ਫਿਰ ਤੋੜਤੀ। ਉਹ ਕਹਿੰਦੇ ਨਹੀਂ ਗਲਤ ਲਿਖਿਆ ਗਿਆ, ਅਸੀਂ ਇਹਨੂੰ ਅਮੈਂਡਮੈਂਟ ਕਰਦੇ ਹਾਂ। ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਫਰੇਜ਼ ਉਹਨੂੰ ਚੇਂਜ ਕਰਕੇ ਕੁਝ ਹੋਰ ਕਰਤਾ ਇਹਨਾਂ ਨੇ। ਬਿਲਕੁਲ, 4 ਗੁਰਦੁਆਰੇ ਬਣਾ ਦਿੱਤੇ। ਪਿੰਡ ਦੇ ਵਿੱਚ ਪਾਪੂਲੇਸ਼ਨ ਦੇਖ ਲਓ, 300 ਘਰ ਨਹੀਂ ਹੋਣੇ, ਗੁਰਦੁਆਰੇ ਜ਼ਰੂਰ ਜਿਹੜੇ ਹੈਗੇ 4 ਹੋਣਗੇ। ਹਾਂ, ਤੇ ਉੱਥੇ ਜਾ ਕੇ ਇਹਨਾਂ ਦਾ ਫਰਜ਼ ਬਣਦਾ ਕਿ ਜਾਂ ਉਹਨੂੰ ਕਹੋ ਭਈ ਇੱਥੇ ਇੱਕੋ ਗੁਰਦੁਆਰਾ, ਇਹਦੇ ਵਿੱਚ ਹੀ ਸਾਰਿਆਂ ਨੇ ਮੱਥਾ ਟੇਕਣਾ ਜੋ। ਕਿਤੇ ਕਿਸੇ ਪਾਰਟੀ ਬਾਈ ਦਾ ਕੋਈ ਲੈਣਾ ਦੇਣਾ ਨਹੀਂ ਹੈ, ਇਸ ਪਿੰਡ ਦਾ ਸਾਂਝਾ ਗੁਰਦੁਆਰਾ। ਬਿਲਕੁਲ। ਬਾਕੀ ਜਿਹੜੀਆਂ ਬੀੜ ਸਾਹਿਬ ਵਾਪਸ ਲਿਆਓ, ਕਿਉਂ ਨਹੀਂ ਸਿਸਟਮ ਬੰਦ ਹੁੰਦਾ? ਪਰ ਇਹ ਕਰਨਾ ਨਹੀਂ ਚਾਹੁੰਦੇ, ਮੰਗਾ ਤੇ ਆ। ਬਿਲਕੁਲ ਸਹੀ ਹੈ। ਸੋ ਇੱਥੇ ਪੁਆਇੰਟ ਆਪਾਂ ਡਿਸਕਸ ਕਰਦੇ ਹਾਂ। ਜੇ ਆਪਾਂ ਇਹਨੂੰ ਨਹੀਂ ਡਿਸਕਸ ਕਰਦੇ ਨਾ ਤੇ ਇਹ ਇਨਸਾਫ ਨਹੀਂ ਹੋਵੇਗਾ। ਦੇਖੋ, ਇਹ 'ਚ ਪਤਾ ਕੀ ਹੈ, ਮੈਂ ਸਾਰਿਆਂ ਨੂੰ ਖੁਸ਼ ਤੇ ਨਹੀਂ ਕਰ ਸਕਦਾ। ਜੋ ਬਾਣੀ ਨੇ ਕਿਹਾ, ਕਬੀਰ ਸਾਹਿਬ ਕਹਿੰਦੇ ਨੇ ਕਿ ਜੋ ਤੂੰ ਬਾਹਰੋਂ ਦਿਖਾ ਰਿਹਾ ਹੈ ਉਹਦੇ ਨਾਲ ਸਮਾਜ ਤੇ ਖੁਸ਼ ਹੋ ਰਿਹਾ, ਤੂੰ ਅੰਦਰੋਂ ਖਾਲੀ ਆ, ਤੇਰੇ ਅੰਦਰੋਂ ਪਿਆਸ ਨਹੀਂ ਬੁੱਝਣੀ, ਕਿਉਂਕਿ ਤੂੰ ਆਪਣੇ ਸਰੀਰ ਨੂੰ ਕੁਝ ਦੇ ਰਿਹਾ। ਜਿਹੜੀ ਅੰਦਰ ਦੀ ਗੱਲ ਹੋਈ ਆ, ਉੱਥੇ ਤੂੰ ਕੁਛ ਕੰਮ ਨਹੀਂ ਕਰ ਰਿਹਾ, ਤੇ ਜੇਕਰ ਤੂੰ ਉੱਥੇ ਕੰਮ ਨਹੀਂ ਕਰੇਗਾ ਤੇ ਉੱਥੇ ਇੰਪਰੂਵਮੈਂਟ ਨਹੀਂ ਹੋਗੀ, ਉੱਥੇ ਕੋਈ ਉન્નਤੀ ਨਹੀਂ ਹੋਣੀ। ਹਾਂਜੀ ਨਜਰ ਸਾਹਿਬ, ਅੱਗੇ ਚੱਲੀਏ।
ਕਬੀਰ ਸਾਹਿਬ ਨੇ ਹਾਲੇ ਜਿਹੜਾ ਹੈਗਾ ਗੋਰਖੀ ਸਾਹਿਬ ਇਹ ਟੌਪਿਕ ਛੱਡਿਆ ਨਹੀਂ ਹੈਗਾ। ਤੀਸਰਾ ਸ਼ਲੋਕ, ਅਗਲਾ ਸ਼ਲੋਕ ਇਸੇ ਟੌਪਿਕ ਤੇ ਫਿਰ ਲਗਾ ਰਹੇ ਕਬੀਰ ਜੀ। कबीर डूबे गो रे बापरे बहु लोगन की कान। डुबेगा ओए ओए बेचारिया, डुबेगा तू डुबेगा। देख ला लोकां नूं जिहड़ा हैगा लोक दिखावा कर रहे हैं भी लोकी सोसाइटी लोकी की करनगे, लोकी की कहणगे। आ जिहड़ा हैगा तू लोक दिखावा छड्ड दे। कबीर डूबे गोरे बापरे बहु लोगन की कान। लोकी की कहणगे भाई, लोकी जिहड़े हैगे लोक लाज लोक दिखावा। पड़ोसी के जो हुआ तू अपने भी जान। देख तेरे आंढ गुआंढ जिहड़ा हैगा जे वो मर गया एडा वड्डा जिहड़ा हैगा ते तू जिहड़ा हैगे इत्थे बैठे रहेगा। तू अपने भी हुणे लै, तेरे भी आई खड़ी है मौत। तेरा भी जिहड़ा हैगा इत्थे जिहड़ा हैगा तेरा जिहड़ा क्लोज हो जाना, तेरा जिहड़ा हैगा तेरा भी नंबर आ गया। हाँ जी वीर जी। ਵੇਖ ਲਓ ਕਬੀਰ ਸਾਹਿਬ ਫੇਰ ਕਹਿੰਦੇ ਆ ਕਿ ਤੂੰ ਲੋਕਾਂ ਨੂੰ ਤੇ ਬੜਾ ਖੁਸ਼ ਕਰਦਾ ਪਿਆ ਔਰ ਇੱਕ ਬਾਂਦਰ ਵਾਂਗੂ ਤਮਾਸ਼ਾ ਵੀ ਕਰੀ ਜਾਂਦੇ ਆ, ਤੂੰ ਡੁੱਬ ਜਾਏਗਾ। ਹਾਂ ਦੁਖੀ ਤੂੰ ਲੋਕਾਂ ਨੂੰ ਖੁਸ਼ ਕਰ ਲੈ ਜਾਂ ਰੱਬ ਨੂੰ ਖੁਸ਼ ਕਰ ਲੈ। ਬਿਲਕੁਲ ਸਹੀ ਇਕੱਠੇ ਤੇ ਨਹੀਂ ਚੱਲਣੇ ਨਾ। ਬਿਲਕੁਲ ਸਹੀ ਹੈ ਕਬੀਰ ਜੀ। ਦੇਖ ਲਓ ਕੱਲੇ ਕਬੀਰ ਜੀ ਹਿੰਦੂ ਮੁਸਲਮਾਨ ਸਾਰਿਆਂ ਨੂੰ ਜਿਹੜਾ ਹੈਗਾ ਉਹਨਾਂ ਨੇ ਸਾਰਿਆਂ ਦੇ ਨਾਲ ਪੰਗਾ ਲਿਆ ਸੀਗਾ। ਕਬੀਰ ਸਾਹਿਬ ਤੇ ਬੜੇ ਉੱਚ ਕੋਟੀ ਦੇ ਬ੍ਰਹਮ ਗਿਆਨੀ ਹੋਏ ਆ, ਐਵੇਂ ਨਹੀਂ ਉੱਚੀ ਬਾਣੀ। ਬਿਲਕੁਲ ਹਾਂ, ਖਾਸ ਕਰਕੇ ਅਗਿਆਨ ਭਰਮ ਨੂੰ ਕੱਟਦੀ। ਦੇਖ ਲਓ ਜਿਹੜੇ ਹੈਗੇ ਆਪਣੇ ਗੁਰੂ ਅਰਜਨ ਦੇਵ ਜੀ ਚੰਦ ਬ੍ਰਾਹਮਣੋਂ ਨੇ ਅਰਜੀ ਦੀ। ਉਹ ਦੇਖ ਲਓ ਜਿਹੜਾ ਹੈਗਾ ਆਪਣੇ ਜਿਹੜਾ ਹੈਗਾ ਜਿਹਨੇ ਆ ਤਾਜ ਮਹਿਲ ਬਣਾਇਆ ਸੀ ਉਹ ਬਾਦਸ਼ਾਹ ਸੀ ਉਸ ਟਾਈਮ ਜਹਾਂਗੀਰ। ਔਰ ਜਿਹੜਾ ਹੈਗਾ ਉਹ ਜਾ ਰਿਹਾ ਸੀ ਕਸ਼ਮੀਰ। ਬ੍ਰਾਹਮਣਾਂ ਨੇ ਅਰਜੀ ਦਿੱਤੀ ਬਈ ਆਹ ਦੇਖ ਲਓ ਇਹ ਤਾਂ ਸਾਡੇ ਧਰਮ ਦੀਆਂ ਪੋਲਾਂ ਸਾਡੇ ਧਰਮ ਦੀਆਂ ਆ ਕਰੀ ਜਾ ਰਿਹਾ, ਇਹ ਮੁਸਲਮਾਨਾਂ ਨੂੰ ਵੀ ਇਸ ਤਰ੍ਹਾਂ ਕਹੀ ਜਾ ਰਹੇ ਆ। ਫਿਰ ਜਾ ਕੇ ਉਹਨਾਂ ਨੇ ਤਾਂ ਅਰੈਸਟ ਕੀਤਾ ਸੀਗਾ, ਉਹਨੇ ਆਰਡਰ ਕੀਤੇ ਸੀ ਅਰੈਸਟ ਕਰਨ ਦੇ ਔਰ ਦੇਖ ਲਓ ਸ਼ਹੀਦੀ ਦੇ ਦਿੱਤੀ। ਹਾਂਜੀ ਕਬੀਰ ਸਾਹਿਬ ਜਿਹੜੇ ਆ ਨਾ ਸਭ ਬੜੇ ਪਾਵਰਫੁਲ। ਆਖਰ ਤੇ ਵੇਖੋ ਕਿੱਡੀ ਤਗੜੀ ਉਹਨਾਂ ਨੇ ਇੱਕ ਨਵੀਂ ਮਿਸਾਲ ਪੈਦਾ ਕੀਤੀ। ਫਿਰ ਮਗਰ ਚਲ ਗਏ ਮੇਜਰ ਸਾਹਿਬ। ਉਹ ਕਹਿੰਦੇ ਨਹੀਂ ਕਾਸ਼ੀ ਚ ਕਹਿੰਦੇ ਕੀ ਹੈ ਤੇਰੀ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ ਆ। ਸਾਰਾ ਜਿਵੇਂ ਤੂੰ ਕਾਸ਼ੀ ਚ ਕੱਢਿਆ ਹੁਣ ਤੂੰ ਮਗਰ ਚੱਲਿਆ। ਉੱਥੇ ਤੇ ਬੰਦਾ ਮਰਿਆ ਹੋਇਆ ਤੇ ਖੋਤੀ ਦੀ ਜੁਨੇ ਪੈਂਦਾ। ਬਿਲਕੁਲ ਉਹ ਕਹਿੰਦੇ ਇਹ ਵੀ ਤੁਹਾਡਾ ਭਰਮ ਦੂਰ ਕਰਨਾ। ਜੇ ਮੈਂ ਸਵਰਗ ਚ ਜਾਣਾ ਹੈ ਕਾਸ਼ੀ ਚ ਰਹਿ ਕੇ ਜਾਣ ਦਾ ਫਾਇਦਾ ਹੀ ਕੀ ਆ, ਮੈਂ ਮਗਰ ਕਿਉਂ ਜਾਊਂਗਾ। ਬਿਲਕੁਲ। ਤੇ ਵੇਖੋ ਕਿੱਥੇ ਗੱਲਾਂ ਦੇਖੋ ਕਿੱਦਾਂ ਦੇ ਯੂਨੀਕ ਬੰਦੇ ਪਾਵਰਫੁਲ ਬੰਦੇ ਪੈਦਾ ਹੋਏ ਮੇਜਰ ਸਾਹਿਬ। ਟੋਟਲੀ। ਔਰ ਏਦਾਂ ਦੇ ਸੰਤ ਨੇ ਆਪਣੇ ਪੱਲੋਂ ਵੀ ਦੇ ਦਿੰਦੇ ਨੇ। ਕਹਿੰਦੇ ਘਰ ਦੇ ਵੀ ਰੌਲਾ ਪਾਈ ਜਾਂਦੇ ਆ ਤੂੰ ਐਡਾ ਵੱਡਾ ਇੱਥੇ ਲੋਕੀ ਮਾੜਾ ਜਿਹਾ ਪੰਡਤ ਬਣਿਆ ਹੋਵੇ ਸ਼ਾਮ ਤੱਕ ਧਨ ਹੀ ਧਨ ਇਕੱਠਾ ਹੋ ਜਾਂਦਾ। ਤੇ ਕਬੀਰ ਕਿਹੋ ਜਿਹਾ ਜੰਮਿਆ ਤੂੰ, ਜਪਸੀ ਮਾਲਾ ਪਕੜੀ ਨਪੂਤੇ ਤਬ ਤੇ ਸੁੱਕਣਾ ਪਿਓ। ਇਹ ਕਿਹੜਾ ਬਾਬਾ ਵਾ? ਇਹ ਬਾਬੇ ਦਾ ਮਤਲਬ ਤੇ ਇਹ ਆ ਕਿ ਬਾਹਰੋਂ ਧਨ ਅੰਦਰ ਲਿਆਉਣਾ। ਇਹ ਕਿਹੋ ਜਿਹਾ ਤੂੰ ਬਾਬਾ ਬਣਿਆ ਬਈ, ਤੂੰ ਤੇ ਆਪਣਾ ਹੀ ਰੋੜੀ ਜਾਣਦੇ ਆ। ਔਰ ਜਿਹੜੇ ਤੇਰੇ ਕੋਲ ਆਉਂਦੇ ਉਹਨਾਂ ਨੂੰ ਪਤਾ ਨਹੀਂ ਕੀ ਖਵਾਈ ਜਾਂਦਾ ਤੇ ਸਾਨੂੰ ਸੁੱਕੀਆਂ ਰੋਟੀਆਂ। ਜਸਟ ਦੇਖੋ ਕਿੱਥੇ ਬੈਠੇ ਨੇ। ਪਰ ਜਿਹੜਾ ਬਾਣੀ ਪੜ੍ਹਦਾ ਉਹਦਾ ਫਰਜ਼ ਬਣਦਾ ਹੈ। ਦੇਖੋ ਜਿਹੜਾ ਦਾਨ ਦਾ ਧਨ ਹੈ ਨਾ ਬੜਾ ਮਾੜਾ ਵਾ, ਇਹਨਾਂ ਵਿਚਾਰਿਆਂ ਨੂੰ ਪਤਾ ਨਹੀਂ। ਬਿਲਕੁਲ। ਇਹ ਤੇ ਜ਼ਹਿਰ ਆ, ਲਿਆਉਣਾ ਨਹੀਂ ਚਾਹੀਦਾ। ਮੇਰੀ ਗੱਲ ਸਮਝਦੇ ਜੋ? ਤੁਸੀਂ ਮੈਨੂੰ ਕਹੋ ਚਰਨਜੀਤ ਦਾ ਜ਼ਹਿਰ ਲੈ ਜਾ, ਮੈਂ ਕਹੂੰ ਤੁਹਾਡਾ ਦਿਮਾਗ ਖਰਾਬ ਆ, ਮੈਂ ਕੋਈ ਜ਼ਹਿਰ ਲਿਆਵਾਂ? ਇਹ ਜਿਹੜਾ ਦਾਨ ਆ ਇਹ ਤੇ ਭਿਕਸ਼ਾ ਦਾਨ ਕੀਤਾ ਹੋਇਆ ਦਾਨ ਆ। ਤੁਸੀਂ ਉਹ ਤੇ ਕਲਿਆਣ ਵਾਸਤੇ ਵਰਤਣਾ ਹੈ। ਤੇ ਜੇ ਤੁਸੀਂ ਉਹਨੂੰ ਚੁੱਕ ਕੇ ਭਰੇ ਲਿਆਣ ਹੋ ਜਾਣੀ ਹੈ। ਬਹੁਤ ਮਾੜਾ ਹੈ ਕਿਉਂਕਿ ਉਹ ਇੰਨੀ ਵਧੀਆ ਚੀਜ਼ ਨਹੀਂ ਆ। ਪਰ ਬੰਦਾ ਨਹੀਂ ਸੋਚਦਾ। ਬੰਦਾ ਕਹਿੰਦਾ ਨਹੀਂ ਇਹਦੇ ਵਰਗਾ ਸੁੱਖ ਕੋਈ ਨਹੀਂ। ਕਬੀਰ ਚੁੱਕ ਲਿਆ। ਕਬੀਰ ਜੀ ਤਾਂ ਕਹਿੰਦੇ ਗੋਰਖੀ ਸਾਹਿਬ ਇਹਦੇ ਨਾਲੋਂ ਮੰਗ ਕੇ ਖਾਣਾ ਚੰਗਾ ਹੈ। ਕਬੀਰ ਜੀ ਤਾਂ ਇਹ ਕਹਿੰਦੇ। ਕਬੀਰ ਤੇ ਕਹਿੰਦੇ ਆ ਕਿ ਤੂੰ ਛੱਡ ਖੇੜਾ ਮੰਗ ਕੇ ਲਿਆ। ਆਹੋ ਇਹ ਨਾ ਲੈਂਗੀ। ਇਹ ਨਾ ਕਮ ਸਿੰਘ ਜਿਹੜਾ ਮੰਗਿਆ ਤੂੰ ਖੁਦ ਮੰਗਿਆ। ਉਹ ਤੇ ਅਲੱਗ ਤਰੀਕਾ ਨਾ। ਇਹ ਜਿਹੜਾ ਇਹ ਤੂੰ ਚੁੱਕ ਕੇ ਨਾ ਲਿਆਵੀਂ ਇਹ ਤੇ ਸੁੱਖ ਇਹ ਤੇ ਬਹੁਤ ਖਤਰਨਾਕ ਹੈ। ਇਹ ਚੀਜ਼ ਨੂੰ ਨਾ ਲਿਆ।
ਦੇਖੋ ਲੋਕਾਂ ਨੂੰ ਸਮਝਾਉਂਦੇ ਆ ਤੇ ਜਿਹੜੇ ਬਾਣੀ ਪੜ੍ਹਦੇ ਆ ਉਹ ਕਿਹੜਾ ਇੱਥੇ ਲਾਗੂ ਕਰਦੇ ਆ, ਉਹ ਕਹਿੰਦੇ ਕੋਈ ਨਹੀਂ, ਇਹ ਕਿਤਾ ਕਿਹਨੂੰ ਕਿਹਾ, ਸਾਨੂੰ ਨਹੀਂ ਕਿਹਾ। ਠੀਕ ਹੈ ਜੀ, ਅੱਗੇ ਚੱਲੀਏ। ਅੱਗੇ ਇਹੀ ਕਹਿ ਰਹੇ ਕਬੀਰ ਜੀ, ਕਹਿੰਦੇ ਧਨ ਦੌਲਤ ਜਿਹੜਾ ਹੈਗਾ, ਜਾਇਦਾਦ, ਜ਼ਮੀਨਾਂ, ਜੋ ਕੁਝ ਵੀ ਹੈਗਾ, ਇਹਦੇ ਨਾਲ ਤਾਂ ਤੇਰਾ ਜਿਹੜਾ ਹੈਗਾ ਇਹ ਮਨੁੱਖੀ ਜੂਨ ਤੇਰੀ ਡੁੱਬ ਜਾਣੀ ਹੈ ਇਹਦੇ ਨਾਲ। ਜੇ ਇਸੇ ਪਾਸੇ ਤੂੰ ਲੱਗਿਆ ਰਿਹਾ, ਤੂੰ ਜਿਹੜਾ ਹੈਗਾ ਪਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਲੈ ਕੇ ਆਂਦਾ। ਕਬੀਰ ਭਲੀ ਮਧੂਕਰੀ ਨਾਨਾ ਬਿਦ ਕੋ ਨਾਜ, ਕਹਿੰਦੇ ਆ ਦੁਨੀਆ ਦੇ ਧਨ ਦੌਲਤ ਦੇ ਪਿੱਛੇ ਸਵਾਸ ਲਾਉਣੇ ਜਿਹੜੇ ਹੈਗੇ ਆ, ਇਹ ਜਿਹੜਾ ਹੈਗਾ ਇਹਦੇ ਨਾਲੋਂ ਤਾਂ ਮਧੂਕਰੀ ਕਹਿੰਦੇ ਆ ਮੰਗ ਕੇ ਲਿਆਉਣਾ, ਭਿਕਸ਼ਾ। ਇਹ ਭਿਕਸ਼ਾ ਇਹਦਾ ਐਗਜ਼ੈਕਟ ਡਿਕਸ਼ਨਰੀ ਟਰਾਂਸਲੇਸ਼ਨ ਹੈ। ਕਹਿੰਦੇ ਕਬੀਰ ਭਲੀ ਮਧੂਕਰੀ ਨਾਨਾ ਬਿਦ ਕੋ ਨਾਜ, ਕਹਿੰਦੇ ਤੇ ਮੰਗ ਕੇ ਲਿਆਉਣੇ, ਕਿਸੇ ਦੇ ਘਰੋਂ ਕੀ ਮਿਲ ਗਿਆ, ਕਿਸੇ ਦੇ ਘਰੋਂ ਕੀ ਮਿਲ ਗਿਆ, ਅਨੇਕਾਂ ਤਰੀਕੇ ਦਾ ਨਾਜ ਆ। ਦਾਵਾ ਕਾਹੂ ਕੋ ਨਹੀਂ, ਬੜਾ ਦੇਸ਼ ਬੜ ਰਾਜ, ਕਿਸੇ ਦਾ ਕੋਈ ਦਾਵਾ ਨਹੀਂ ਹੈਗਾ, ਕਿਸੇ ਦੇ ਨਾਲ ਕੋਈ ਧੋਖਾ ਨਹੀਂ ਹੈਗਾ। ਔਰ ਦੇਖ ਲਓ, ਔਰ ਕੋਈ ਮੇਰਾ ਨਹੀਂ ਹੈ ਵੀ ਆ ਮੇਰਾ ਘਰ ਆ, ਮੇਰੀ ਜ਼ਮੀਨ, ਮੇਰਾ ਫਲਾਨਾ, ਮੇਰਾ ਟਿਮਕਾ, ਕੁਛ ਨਹੀਂ ਕਹਿੰਦੇ। ਸਾਰਾ ਦੇਸ਼ ਜਿਹੜਾ ਵੱਡਾ ਦੇਸ਼ ਆ, ਵੱਡਾ ਰਾਜ ਆ, ਉਹ ਮਾਲਕ ਪਰਮਾਤਮਾ ਦਾ, ਆਪਾਂ ਵੀ ਉਹਦੇ ਹੀ ਹੈਗੇ ਆ ਭਾਈ। ਵੱਡਾ ਦੇਸ਼ ਵੱਡ ਰਾਜ, ਬਸ ਕਿਸੇ ਦਾ ਦਾਵਾ ਨਹੀਂ ਹੈ, ਕਿਸੇ ਦੇ ਨਾਲ ਮੇਰਾ ਕੋਈ ਦਾਵਾ ਨਹੀਂ ਹੈ ਕਿਸੇ ਕਿਸਮ ਦਾ। ਹਾਂਜੀ ਵੀਰ ਜੀ, ਦੇਖ ਲੋ ਕਹਿੰਦੇ ਕਿ ਭਈ ਮੈਂ ਇੱਕ ਗੱਲ ਕਲੀਅਰ ਕਰਦਾ, ਆਪ ਜਸਟ ਸੋਚੋ। ਉਹ ਇਹ ਨਹੀਂ ਕਹਿੰਦੇ ਕਿ ਤੁਸੀਂ ਆਪਣਾ ਕਮਾ ਕੇ ਖਾ ਲਓ, ਕਹਿੰਦਾ ਤੁਸੀਂ ਨਹੀਂ ਵੀ ਕਮਾ ਕੇ ਖਾ ਸਕਦੇ, ਕਮ ਸੇ ਕਮ ਮੰਗ ਕੇ ਲਿਆਓ। ਹਾਂ, ਪਰ ਉਹ ਉਧਰ ਨਾ ਜਾਇਓ। ਇਹ ਤੁਕ ਨੂੰ ਕੌਣ ਪੜਦਾ ਦੱਸੋ, ਇਹਨੇ ਪੜਿਆ ਇਹਨੂੰ? ਆ ਤੁਕ ਸੁਣੀ ਕਿਤੇ ਆਪਨੇ, ਆਪ ਦੀ ਜ਼ਿੰਦਗੀ ਲੰਘੀ। ਹਰ ਦਿਨ ਬਾਣੀ ਦਾ ਪ੍ਰਚਾਰ ਹੁੰਦਾ, ਕਿਸੇ ਕਥਾਵਾਚਕ ਨੇ ਇੱਥੇ ਗੱਲ ਕੀਤੀ, ਕਦੋਂ ਕਰਨੀ ਹੈ? ਕੋਈ ਨਹੀਂ ਕਰੂਗਾ। ਇਹ ਬਾਣੀ ਅੰਦਰ ਹੀ ਰਹਿ ਗਈ ਆ। ਉਹ ਕਹਿੰਦੇ ਪੜ੍ਹ ਕੇ ਸਪੀਡ ਨੱਪ ਗੱਡੀ, 90 ਦੀ 95 ਦੀ ਸਪੀਡ ਤੇ ਗੱਡੀ ਖਿੱਚ ਕੇ ਲੰਘ ਜਾ ਕਰ। ਅੱਖਰਾਂ 'ਚ ਕੀ ਲਿਖਿਆ ਤੂੰ ਗਹਿਰਾ ਨਹੀਂ ਜਾਣਾ, ਤੂੰ ਗੱਡੀ ਭਜਾ ਕੇ ਅੱਗੇ ਲੰਘ ਜੀ ਬਸ। ਕਿਉਂਕਿ ਤੂੰ ਅੱਖਰਾਂ ਤੇ ਪਹੁੰਚੇਗਾ ਤੇ ਇਹ ਸਵਾਲ ਨੇ ਬ੍ਰਹਮ ਗਿਆਨੀਆਂ ਦੇ, ਇਹਨਾਂ ਦੇ ਜਵਾਬ ਵੀ ਫਿਰ ਆਮ ਬੰਦੇ ਕੋਲ ਤਾਂ ਮਿਲਣੇ ਨਹੀਂ। ਪੰਗਾ, ਕਿਉਂਕਿ ਉਹ ਜੀਵਨ ਉਹਨਾਂ ਨੇ ਵੇਖਣਾ, ਮੇਰਾ ਜੀਵਨ ਤੈਨੂੰ ਜਾਣਦੇ ਆ। ਖਾਸ ਕਰਕੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਕੋਈ ਫਲਾਣੇ ਤੇ ਮੈਂ ਟਿਮਕਾ ਨਾ ਨਹੀਂ ਲੈਣਾ ਚਾਹੁੰਦਾ, ਕਾਹਨੂੰ? ਪਹਿਲਾਂ ਮੈਂ ਕਹਿ ਦਿੰਦਾ ਨਾ, ਹੁਣ ਨਹੀਂ ਮੇਰਾ ਦਿਲ ਕਰ, ਕੋਈ ਨਹੀਂ, ਖੁਸ਼ ਰਹਿਣ ਦੋ। ਇਹਨਾਂ ਲੋਕਾਂ ਦੇ ਜੀਵਨ ਚ ਪ੍ਰਮਾਤਮਾ ਨਹੀਂ ਆ। ਇਹ ਪ੍ਰਮਾਤਮਾ ਦੇ ਸ਼ਰੀਕ ਹੁੰਦੇ ਨੇ ਲੋਕ। ਜੇਕਰ ਪ੍ਰਮਾਤਮਾ ਹੋਵੇ ਤੇ ਇਹਨਾਂ ਨੂੰ ਡਰ ਨਾ ਲੱਗੇ ਨਿੱਜਰ ਸਾਹਿਬ, ਭੈ ਨਾ ਹੋਵੇ ਇਹਨਾਂ ਨੂੰ, ਨਹੀਂ ਡਰਦੇ। ਅਬ ਜਸਟ ਦੇਖੋ, ਚੁੱਕ ਕੇ ਲੈ ਆਉਂਦੇ ਨੇ ਜੋ ਬਾਕੀ ਤਾਂ ਵੇਖ ਲਓ। ਉਹ ਤੇ ਰੁਪਈਆ 2-2 ਰੁਪਈਏ ਲੋਕਾਂ ਨੇ ਚੜਾਏ ਆ, ਸਾਰਾ ਰਾਸ਼ਨ ਚੁੱਕ ਕੇ ਘਰ ਲੈ ਆਉਂਦੇ। ਪਰ ਉਹ ਜਦੋਂ ਐਸਾ ਅੰਨ ਜਦੋਂ ਘਰੇ ਆਉਂਦਾ ਹੈ, ਆਪ ਜਸਟ ਸੋਚੋ ਕਿ ਉਹ ਅੰਨ ਕਿੱਡਾ ਕੁ ਵਧੀਆ। ਉਹ ਬਹੁਤ ਮਾੜਾ ਹੈ, ਬੋਲੇ ਤਾਂ ਬਹੁਤ ਮਾੜਾ। ਕਬੀਰ ਸਾਹਿਬ ਕਹਿੰਦੇ ਇਸ ਚੀਜ਼ ਨਾਲੋਂ ਛੱਡ ਖੜਾ, ਤੂੰ ਮੰਗ ਕੇ ਖਾ ਲਾ, ਉਹ ਚੰਗਾ। ਬਿਲਕੁਲ ਕੰਪੇਅਰ ਕਰਦੇ ਆ ਕਬੀਰ ਸਾਹਿਬ ਕੀ, ਕੋਈ ਤੁਹਾਡੇ ਮਨ ਚ ਕਨਫਿਊਜ਼ਨ ਕ੍ਰੀਏਟ ਨਾ ਹੋ ਜਾਏ ਕਿ ਕੀ ਕਰੀਏ ਕੀ ਨਾ ਕਰੀਏ। ਕਹਿੰਦੇ ਇਹ ਨਹੀਂ ਲੈਣਾ, ਤੂੰ ਏਦਾਂ ਕਰਕੇ ਮੰਗ ਕੇ ਖਾ ਲਈ ਜਾ, ਤੈਨੂੰ ਮੈਂ ਪਰਮਿਸ਼ਨ ਦਿੰਦਾ ਵਾਂ, ਤੂੰ ਮੰਗ ਕੇ ਖਾਏਂਗਾ, ਤੈਨੂੰ ਕੋਈ ਇਲਜ਼ਾਮ ਨਹੀਂ ਹੈ, ਤੇਰੇ ਤੇ ਕੋਈ ਬੋਝ ਨਹੀਂ ਹੈਗਾ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਕੋਈ ਤੇਰੇ ਤੇ ਕੋਈ ਪੁੱਛਣਗੇ ਨਹੀਂ ਕਿ ਤੂੰ ਮੰਗ ਕੇ ਖਾਧਾ, ਤੂੰ ਮੰਗਿਆ, ਮੰਗ ਕੇ ਖਾਧਾ, ਆਪਣੇ ਆਪ ਨੂੰ ਝੁਕਾ ਕੇ ਜੇ ਮੰਗੇ ਤੇ ਕਹਿੰਦੇ ਉਹਦੀ ਕੋਈ ਸਜ਼ਾ ਨਹੀਂ ਹੈਗੀ। ਠੀਕ ਹੈ ਨਿੱਜਰ ਸਾਹਿਬ, ਅੱਗੇ ਚਲੀਏ। कबीर दावे दाजन होत है, निर्दावे रहे निसंक। दावे कहते हैं ਹੁਣ ਜਿਹੜਾ ਹੈਗਾ ਆਪਾਂ ਇਨਸਾਨ ਕੀ ਕਰਦੇ ਆ, ਦੇਖ ਲਓ ਆਪਣੇ, ਬਿਲਕੁਲ ਦੇਖ ਲਓ ਵੀ ਆਪਾਂ ਦੁਨੀਆ ਦੇ ਵਿੱਚ ਜਿਹੜਾ ਹੈਗਾ ਮੈਕਸੀਮਮ ਕੰਮ ਜਿਹੜਾ ਹੈਗਾ ਆਪਣੀ ਪ੍ਰਾਪਰਟੀ, ਜਾਇਦਾਦ, ਜ਼ਮੀਨ, ਘਰ, ਸਾਰਾ ਜਿਹੜਾ ਹੈਗਾ ਆਪਣਾ ਇਹਨੂੰ ਬਣਾਉਣ ਦੇ ਵਿੱਚ ਲਾ ਦਿੰਦੇ ਆ। ਅਮੀਰੀ ਜਿਹੜੀ ਹੈਗੀ, ਦੇਖ ਲਓ ਵੱਡੇ ਅਮੀਰ ਹੈਗੇ ਆ, ਔਰ ਉਹਨਾਂ ਦਾ ਅਸਲੀ ਉਹਨਾਂ ਦਾ ਜੀਵਨ ਦੇਖੋ ਤੇ ਉਹਨਾਂ ਨੂੰ ਨੀਂਦ ਵੀ ਨਹੀਂ ਆਉਂਦੀ, ਗੋਲੀਆਂ ਖਾ ਕੇ ਜਿਹੜੇ ਹੈਗੇ ਉਹ ਸੌਂਦੇ ਆ।
ਇੰਨੇ ਜਿਹੜਾ ਸਾੜਾ ਹੈਗਾ ਉਹਨਾਂ ਦੇ ਅੰਦਰ, ਇੰਨੀ ਦਾਜਨ ਕਹਿੰਦੇ ਸਾੜਾ, ਇੰਨੀ ਚਿੰਤਾ, ਝੁਰਨਾ। ਕਬੀਰ ਦਾਵੈ ਦਾਜਨ, ਦਾਵੇ ਦਾ ਮਤਲਬ ਆ ਪ੍ਰਾਪਰਟੀ, ਧਨ ਦੌਲਤ। ਕਹਿੰਦੇ ਇਹਦੇ ਨਾਲ ਸਾੜਾ ਆਊਗਾ ਤੈਨੂੰ। ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹੇ ਨਿਸੰਗ। ਜਦੀ ਕੋਈ ਪ੍ਰਾਪਰਟੀ ਜਿੰਨੀ ਕੁ ਹੈਂਡ ਟੂ ਮਾਊਥ, ਜਿੰਨਾ ਅਸਹਿਜ ਸੁਭਾਅ ਜਿਹੜਾ ਹੈਗਾ, ਜੋ ਖੱਟੀ ਹੋ ਗਈ ਬਸ ਉਸੇ 'ਚ ਖੁਸ਼ ਆ। ਕਹਿੰਦੇ ਉਹ ਨਿਸੰਕ ਆ, ਉਹਨੂੰ ਕੋਈ ਚਿੰਤਾ ਸੋਚ ਨਹੀਂ ਹੈਗੀ ਭਾਈ, ਕੋਈ ਫਿਕਰ ਨਹੀਂ ਹੈਗੀ, ਕੋਈ ਸ਼ੰਕਾ ਨਹੀਂ ਹੈਗੀ। ਜੋ ਜਨ ਨਿਰਦਾਵੈ ਰਹੇ ਸੋ ਗਨੇ ਇੰਦਰ ਸੋ ਰੰਕ। ਜਿਹੜਾ ਨਿਰਦਾਵੈ ਰਹਿੰਦਾ ਹੈ ਭਾਈ, ਕੋਈ ਦਾਵਾ ਨਹੀਂ ਹੈ, ਉਹ ਕਹਿੰਦਾ ਇੰਦਰ ਨੂੰ ਵੀ ਲੱਤ ਮਾਰਦਾ ਹੈ ਭਾਈ। ਜਿਹੋ ਜਿਹਾ ਇੰਦਰ ਆ, ਜਿਹੋ ਜਿਹਾ ਕੋਈ ਗਰੀਬ ਆ, ਇੰਦਰ ਨੂੰ ਵੀ ਉਹ ਜਿਹਾ ਹੀ ਸਮਝਦਾ ਹੈ ਭਾਈ। ਉਹ ਨਹੀਂ ਕਿਸੇ ਦੀ ਕੇਅਰ ਕਰਦਾ। ਹਾਂਜੀ ਵੀਰ ਜੀ। ਆਪਦੀ ਕਿ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਆਤਮਿਕ ਸੁੱਖ ਨੂੰ ਜਾਣਦਾ ਹੈ, ਉਹਨੂੰ ਕੀ ਲੋੜ ਪਈ ਇਹ ਚੀਜ਼ਾਂ ਦੀ। ਹਾਂ, ਡਿਮਾਂਡ ਤਾਂ ਬਹੁਤ ਥੋੜੀ ਹੈ ਗੋਰਖੀ ਸਾਹਿਬ। ਆਪਾਂ ਤਾਂ 100% ਦੇ ਵਿੱਚ ਕਮਾਈ ਕੀਤੀ ਹੈ, ਆਪਾਂ ਨੇ ਉਹਦੇ ਵਿੱਚੋਂ ਜਿਹੜਾ ਹੈਗਾ 95% ਯੂਜ਼ ਹੀ ਨਹੀਂ ਕਰਦੇ। ਆਪਾਂ 5% ਵੀ ਮੁਸ਼ਕਲ ਨਾਲ ਹੀ ਯੂਜ਼ ਕਰਦੇ। ਜਦ ਨੂੰ ਜਿਹੜਾ ਹੈਗਾ ਆਪਾਂ, ਹਾਂਜੀ ਹਾਂਜੀ ਗੋਰਖੀ ਸਾਹਿਬ। ਨੱਜਰ ਸਾਹਿਬ, ਜੋ ਆਪਾਂ ਘਰ ਵੀ ਬਣਾਉਂਦੇ ਆ ਨਾ, ਉਹਨਾਂ ਕਮਰਿਆਂ 'ਚ ਤੇ ਜ਼ਰੂਰਤ ਨਹੀਂ ਹੈਗੀ ਸਾਡੀ ਜਾਣ ਦੀ, ਨਾ ਹੀ ਉੱਥੇ ਕਦੇ ਕਮਰਿਆਂ 'ਚ ਵੜੇ ਆ। ਬਸ ਸਾਡੇ ਮਨ 'ਚ ਇਹ ਆ ਕਿ ਪਿੰਡ 'ਚ ਪਤਾ ਲੱਗੇ ਕਿ ਏਡਾ ਮਕਾਨ ਮੈਂ ਪਾਇਆ। ਅਸੀਂ ਕੱਪੜਾ ਵੀ ਉਦਾਂ ਦਾ ਪਾ ਲੈਂਦੇ, ਭਾਵੇਂ ਬਿਲਕੁਲ ਆਰਾਮ ਨਾ ਹੋਵੇ। ਬੜਾ ਔਖਾ ਹੁੰਦਾ। ਔਰਤਾਂ ਨੂੰ ਵੇਖੋ, ਵਿਚਾਰੀਆਂ ਨੂੰ ਦੁਨੀਆ ਭਰ ਦੀ ਠੰਡ ਪੈਂਦੀ ਆ, ਉਤੋਂ ਕੋਟੀ ਨਹੀਂ ਪਾਉਣੀ ਕਿ ਸੂਟ ਜਿਹੜਾ ਮੇਰਾ ਲੋਕਾਂ ਨੂੰ ਦਿਖਾਈ ਦੇਣਾ ਚਾਹੀਦਾ ਤੇ ਕਢਾਈ ਹੋਈ ਆ। ਨਜ਼ਰ ਸਾਹਿਬ ਬਿਲਕੁਲ ਕੀ ਹੈ, ਇਹ ਵੀ ਤੇ ਉਹ ਚੀਜ਼ ਹੀ ਹੈ। ਕਿਉਂਕਿ ਬੰਦੇ ਨੂੰ ਇੱਕ ਪ੍ਰੋਬਲਮ ਆ, ਬੰਦਾ ਚਾਹੁੰਦਾ ਮੇਰੀ ਤਾਰੀਫ ਹੋਵੇ। ਉਹ ਤਾਰੀਫ ਦੇ ਵਿੱਚ ਬੰਦਾ ਸਾਰੇ ਪੰਗੇ ਲੈਂਦਾ। ਹੁਣ ਦੇਖੋ, ਤੁਸੀਂ ਕਿਸੇ ਬੰਦੇ ਦੀ ਵੈਲਿਊ ਕਰਨੀ ਆ ਤੇ ਕਿੱਦਾਂ ਕਰੋਗੇ? ਪਹਿਲੇ ਸਮੇਂ 'ਚ ਬੰਦੇ ਦੇ ਚੰਗੇ ਸੰਸਕਾਰ ਹੋਣ, ਚੰਗਾ ਇਮਾਨਦਾਰ ਬੰਦਾ ਹੋਵੇ, ਉਹਦੀ ਇੱਜ਼ਤ ਹੁੰਦੀ ਸੀ। ਪਰ ਅੱਜ ਕੱਲ ਉਹ ਇਮਾਨਦਾਰ, ਉਹ ਛੱਡ ਦੋ ਖੜਾ, ਉਹ ਤੇ ਸਾਈਡ ਦੀਆਂ ਗੱਲਾਂ ਨੇ। ਉਹ ਅੱਜ ਕੱਲ ਕਹਿੰਦੇ ਜਿਹੜਾ ਵੱਡਾ ਬੇਈਮਾਨ ਉਹਦੀ ਜ਼ਿਆਦਾ ਇੱਜ਼ਤ ਆ। ਉਹ ਫਿਰ ਕੀ ਕਰਦਾ, ਉਹ ਆਪਣੇ ਪਦਾਰਥ ਲੈ ਕੇ ਆਉਂਦਾ, ਫਿਰ ਉਹਦੇ ਪਦਾਰਥਾਂ ਦੀ ਤਾਰੀਫ ਕਰਦੇ ਨੇ ਕਿ ਉਹਦੀ ਧੌਣ ਸਿੱਧੀ ਹੋਈ ਜਾਂਦੀ, ਮੇਰੇ ਵਰਗੀ ਦੀ। ਵੈਰੀ ਗੁੱਡ, ਇੰਨੀ ਮਿਹਨਤ ਕੀਤੀ ਸੀ, ਐਡਾ ਵੱਡਾ ਮਹਿਲ ਪਾਇਆ, ਪਿੰਡ ਵਾਲਿਆਂ ਨੇ ਤਾਰੀਫ ਕੀਤੀ ਆ, ਤੇ ਉਹਦੇ ਹੰਕਾਰ ਨੂੰ ਤ੍ਰਿਪਤੀ ਮਿਲਦੀ ਹੈ ਨਜ਼ਰ ਸਾਹਿਬ। ਬਿਲਕੁਲ। ਪਰ ਜਦੋਂ ਤ੍ਰਿਪਤੀ ਮਿਲਦੀ ਹੈ, ਉਹ ਫਿਰ ਬੰਦਾ ਕਹਿੰਦਾ ਕਿ ਮੈਂ ਸਪੈਸ਼ਲ ਹੈਗਾ, ਮੈਂ ਆਮ ਨਹੀਂ ਹੈਗਾ, ਮੈਂ ਭੀੜ ਤੋਂ ਵੱਖ ਹਾਂ। ਇੱਕ ਬੰਦਾ 4-5 ਕਰੋੜ ਦੀ ਕਾਰ ਲੈਣ ਦਿਆ ਕਿਉਂ ਲੈਂਦਾ? ਕਿਉਂਕਿ ਉਹਨੂੰ ਤਾਰੀਫ ਚਾਹੀਦੀ ਹੈ। ਤੁਸੀਂ ਉਹਦੀ ਤਾਰੀਫ ਨਹੀਂ ਕੀਤੀ ਤੇ ਉਹਨੇ ਕਹਿਣਾ ਯਾਰ ਕਿਹੋ ਜਿਹਾ ਸੂਟ ਹੈ, ਵਧੀਆ ਹੈਗਾ। ਤੇ ਕਿਉਂਕਿ ਕਿਸੇ ਨੇ ਤਾਰੀਫ ਨਹੀਂ ਕੀਤੀ। ਬੰਦਾ ਤਨ ਨਹੀਂ ਕੱਜਣਾ ਚਾਹੁੰਦਾ, ਬੰਦਾ ਚਾਹੁੰਦਾ ਮੇਰੀ ਤਾਰੀਫ ਕੀਤੀ ਜਾਵੇ। ਇਸ ਕਰਕੇ ਫਿਰ ਉਹ ਕਹਿੰਦੇ ਆ ਕਿ ਜਦੋਂ ਇਹ ਚੱਕਰ 'ਚ ਪਏਗਾ ਫਿਰ ਤੂੰ ਦੁਖੀ ਹੁੰਦਾ ਰਹੇਗਾ। ਲੋਕਾਂ ਨੂੰ ਖੁਸ਼ ਕਰਨਾ ਤੇ ਬਹੁਤ ਔਖਾ। ਤਾਰੀਫ ਗੋਰਖੀ ਸਾਹਿਬ ਇਸ ਕਰਕੇ ਚਾਹੁੰਦਾ ਹੈ ਕਿਉਂਕਿ ਉਹਦੇ ਅੰਦਰ ਜਿਹੜੀ ਹਉਮੈ ਹੁੰਦੀ ਆ, ਉਹ ਆਪਣੇ ਆਪ ਨੂੰ ਇਕਾਈ ਸਮਝਦਾ ਹੈ। ਬਸ ਉਹ ਵੀ ਸ਼ਰੀਕ ਬਣਦਾ ਹੈ, ਮਾਲਕ ਦਾ ਸ਼ਰੀਕ। ਜਿਵੇਂ ਮਾਲਕ ਹੈ ਉਵੇਂ ਮੈਂ ਹੈਗਾ, ਬਸ ਮੈਂ ਕੁਛ ਨਾ ਕੁਛ ਹੈਗਾ। ਆਹੀ ਗੱਲ ਆ। ਜਦੋਂ ਉਹ ਚਾਹੁੰਦਾ ਨਾ ਕਿ ਸੈਂਟਰ ਅਟੈਂਸ਼ਨ ਦਾ ਸੈਂਟਰ ਬਣਾ ਮੈਂ। ਬਿਲਕੁਲ। ਲੋਕੀ ਮੇਰੇ ਆਲੇ ਦੁਆਲੇ ਰਹਿਣ, ਹੋਰ ਕੀ ਹੈ। ਔਰ ਉਹ ਜਦੋਂ ਬੰਦੇ ਨੂੰ ਉਹ ਚੀਜ਼ ਮਿਲਦੀ ਹੈ, ਫਿਰ ਉਹ ਦੇਖੋ ਰਾਜਨੀਤਿਕ ਲੋਕ ਹੈ, ਜਦੋਂ ਇੱਕ ਵਾਰੀ ਜਿੱਤ ਜਾਂਦੇ ਆ, ਫਿਰ ਉਹ ਚਾਹੁੰਦਾ ਕਿ ਕੁਰਸੀ ਮੇਰੇ ਥੱਲੋਂ ਨਿਕਲੇ ਨਾ। ਉਹਨੂੰ ਫਿਰ ਜੱਫੀਆਂ ਪਾਉਂਦਾ, ਉਹਨੂੰ ਸੰਗਲੀ ਬੰਦਾ ਹੈ, ਦੁਨੀਆ ਭਰ ਦੀ ਕੋਸ਼ਿਸ਼ ਕਰਦਾ ਕਿ ਇਹ ਜਿਹੜੀ ਕੁਰਸੀ ਹੈ ਨਾ, ਬਸ ਇਹ ਮੇਰੇ ਕੋਲ ਰੁਕੇ। ਭਾਜੀ ਆ 94 ਸਾਲ ਵਾਲੀ ਐਗਜ਼ਾਮਪਲ ਵੀ ਦੇਖ ਲਓ ਪੰਜਾਬ ਦੀ। ਬਾਦਲ ਸਾਹਿਬ 94 ਸਾਲ ਦੇ ਹੋ ਗਏ ਆ, ਹਾਲੇ ਵੀ ਲੜ ਰਹੇ ਆ। ਇਹਨਾਂ ਨੇ ਜਿਹੜੀ ਚੀਫ ਮਿਨਿਸਟਰੀ ਨਾਲ ਹੀ ਲੈ ਜਾਣੀ ਹੈ, ਗੁਰਕੀ ਸਾਹਿਬ ਤੇ ਆਪਣੇ ਨੇਜਰ ਸਾਹਿਬ। ਬਿਲਕੁਲ ਸਹੀ। ਚਲੋ ਕੋਈ ਭਾਈ ਤੇਰੀ ਸੇਵਾ ਕਰਾਉਣ ਦੀ ਉਮਰ ਹੋ ਗਈ, ਹੁਣ ਕਰਨ ਦੀ ਨਹੀਂ ਹੈ, ਹਾਲੇ ਵੀ ਨਹੀਂ। ਸਹੀ ਹੈ, ਸਹੀ ਹੈ। ਅੱਡ ਭੰਨਣ ਮੱਤ ਮਾਰਨ, ਨਾਮ ਜਪਣ ਨਾ ਦੇਣ। ਇਹ ਜਿਹੜਾ ਗੁਰਦੇ ਦੀਆਂ ਰੋਟੀਆਂ ਖਾਧੇ ਹੋਏ ਨੇ, ਇਹਨਾਂ ਦੇ ਪੈਸੇ ਰੋਟੀ ਖਾਧੇ ਹੋਏ ਨੇ, ਉਹ ਫਿਰ ਇਹੀ ਕੰਮ ਕਰਨਗੇ। ਉਹ ਪਤਾ ਕੀ ਹੁੰਦਾ, ਬੰਦੇ ਦੇ ਵਾਦ ਦੀ ਗੱਲ ਨਹੀਂ। ਵਿਚਾਰਾ ਇਨਸਾਨ ਸੋਚਦਾ ਨਹੀਂ ਹੈ ਕਿ ਇਹ ਜਿਹੜਾ ਜੀਵਨ ਆ,
ਤੂੰ ਇਹ ਕੀ ਕਰ ਰਿਹਾ ਬੇਵਕੂਫੀਆਂ, ਇਹ ਹੋਟਲ ਹਾਟਲ ਇਹ ਉਹ ਤਾਮ ਜਾਮ, ਲੋੜ ਤੋਂ ਜ਼ਿਆਦਾ ਪੈਸਾ, ਫਿਰ ਉਹ ਤੇਰੀ ਇੱਛਾਵਾਂ ਹੋਰ ਇੱਛਾਵਾਂ ਤੇ ਇਦਾਂ ਦੀਆਂ ਨੇ ਜਿੱਦਾਂ ਅੱਗ 'ਚ ਲੱਕੜ ਸੁੱਟੋ, ਜਿੰਨੀ ਜ਼ਿਆਦਾ ਸੁੱਟੀ ਜਾਓਗੇ ਓਨਾ ਹੀ ਭਾਂਬੜ। ਇਹ ਮਨ ਤੁਹਾਡਾ ਜੇ ਸ਼ਾਂਤ ਕਰਨਾ ਹੈ ਤੇ ਇਹ ਜਿਹੜੀ ਅਗਨ ਦੇ ਵਿੱਚ ਜਿਹੜੀ ਲੱਕੜ ਪਾਉਣੀ ਬੰਦ ਕਰੋ, ਉਹ ਹੈ ਇੱਛਾਵਾਂ। ਦੇਖੋ ਜ਼ਰੂਰਤਾਂ ਪੂਰੀਆਂ ਕਰੋ, ਇੱਛਾ ਦੀ ਵੈਸੇ ਵੀ ਇੱਛਾਵਾਂ ਦੀ ਲੋੜ ਨਹੀਂ ਆ, ਤੁਸੀਂ ਓਦਾਂ ਹੀ ਆਪਣਾ ਜੀਵਨ ਬਤੀਤ ਕਰੋ। ਤੇ ਜੇ ਆਪਾਂ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਪੈ ਗਏ ਫਿਰ ਤੇ ਬੜਾ ਔਖਾ ਹੋ ਜਾਣਾ ਜੀਵਨ ਤੁਹਾਡਾ, ਫਿਰ ਤੇ ਬਹੁਤ ਔਖਾ, ਫਿਰ ਤੁਸੀਂ ਸ਼ਾਂਤ ਨਹੀਂ ਹੋ ਸਕਦੇ। ਫਿਰ ਤੇ ਲੋਕਾਂ ਨੂੰ ਕਹਿੰਦੇ ਲੋਕ ਨਹੀਂ ਭਤੀਜੇ, ਲੋਕਾਂ ਕਿੱਥੋਂ ਭਤੀਜਣਾ ਤੁਹਾਡੇ। ਲੋਕੀ ਤੇ ਕਹਿੰਦੇ ਕਿ ਤੂੰ ਏਦਾਂ ਕਰ, ਕੰਡਿਆਂ ਦੀ ਇੱਕ ਕੰਡੇ ਇੱਥੇ ਸੁੱਟ ਤੇ ਉੱਤੇ ਲੰਮੇ ਪੈ ਜਾ, ਤੂੰ ਪੁੱਠਾ ਲਮਕ ਜਾ, ਸੰਤ ਬਣਾ ਦਿੰਦੇ ਨੇ। ਏਦਾਂ ਕਰ ਤੂੰ ਜਟਾ ਬੰਨ ਲਾ ਉੱਤੇ ਰੁੱਖ ਦੇ ਨਾਲ ਲਮਕ ਜਾ, ਤੇ ਫਿਰ ਲੋਕੀ ਮੱਥਾ ਟੇਕਣ ਚੱਲ ਜਾਂਦੇ ਆ। ਲੋਕੀ ਤੇ ਹੈ ਬੜੇ ਸ਼ਰਾਰਤੀ, ਇਹ ਮੱਥਾ ਟੇਕੋ ਤੇ ਇਹ ਨਾ ਜਟਾ ਖੋਲੇ ਆਪਣੀ। ਹੁਣ ਵੇਖੋ ਕਈ ਮੋਰਾਂ ਤੇ ਪਤਾ ਡੰਡਾ ਜਿਹਾ ਮਾਰੀ ਜਾਂਦੇ, ਆਪਣੇ ਆਪ ਨੂੰ ਸਜ਼ਾ ਦੇਈ ਜਾਂਦੇ ਆ। ਉਹ ਕਹਿੰਦੇ ਵੀ ਬਹੁਤ ਵੱਡਾ ਸੰਤ ਹੈ, ਲੋਕੀ ਤੇ ਸ਼ਰਾਰਤੀ ਆ, ਉਹਦੇ 10 ਮਿੰਟ 'ਚ ਮੱਥਾ ਟੇਕ ਕੇ ਆ ਜਾਣਗੇ। ਹੁਣ ਆ ਜਿਹੜਾ ਜੈਨ ਧਰਮ ਆ, ਉੱਥੇ ਉਹ ਬੰਦੇ ਦੇ ਵਾਲ ਪੁੱਟਦੇ, ਇੱਕ ਵਾਲ ਕਰਕੇ ਪੁੱਟਦੇ ਸਵਾਹ ਮਲ ਕੇ। ਲੋਕੀ ਕਹਿੰਦੇ ਵੀ ਤੂੰ ਬੜਾ ਸੰਤ ਹੈਗਾ, ਉੱਥੇ ਚੰਝ ਦੇ ਜੈਨੀ, ਇਹ ਦਿਗੰਬਰ ਹੈਗਾ, ਉੱਥੇ ਵਿਚਾਰਾ ਉਹ ਠੰਡ 'ਚ ਬੈਠਾ, ਕੱਪੜਾ ਪਾਉਣ ਨੂੰ ਨਹੀਂ ਹੈਗਾ, ਭੁੰਜੇ ਸੌਂਦੇ ਆ। ਲੋਕੀ ਕਹਿੰਦੇ ਤੂੰ ਸੰਤ ਹੈਗਾ, ਬੜਾ ਵਧੀਆ ਸੰਤ। ਹੁਣ ਉਹ ਵਿਚਾਰਾ ਪਾਉਣਾ ਚਾਹਵੇ ਨਾ ਵੀ ਤਾਂ ਵੀ ਨਹੀਂ ਪਾ ਸਕਦਾ ਨਿੱਜਾ ਸਾਹਿਬ। ਬਿਲਕੁਲ ਲੋਕ ਦਿਖਾਵਾ ਆ ਗਿਆ ਨਾ। ਆਹ ਤੇ ਲੋਕੀ ਤੇ ਤੁਹਾਨੂੰ ਪਤਾ ਬੜੇ ਸ਼ਰਾਰਤੀ ਹੈ, ਅੰਦਰ ਤੇ ਖੁਸ਼ ਹੁੰਦੇ ਨੇ ਆ, ਚੰਗਾ ਬਾਬੇ ਨੂੰ ਭਾਇਆ, ਉਹ ਮੈਨੂੰ ਮੱਥਾ ਟੇਕ ਕੇ ਘਰ ਨੂੰ ਆਓ। ਉਹ ਵਿਚਾਰਾ ਹੁਣ ਉਹ ਜੀਵਨ ਭਰ ਵਿਚਾਰਾ ਤੁਰਿਆ ਫਿਰੇ, ਕਿੰਨਾ ਔਖਾ ਇੰਨਾ ਮੁੜ ਕੇ। ਠੀਕ ਹੈ ਜੀ, ਅੱਜ ਦੇ ਵਿਚਾਰ ਨੇ ਜੋ ਸਾਹਿਬ ਇੱਥੇ ਸਮਾਪਤ ਕਰਦੀ ਹੈ। ਹਾਂਜੀ ਵੀਰ ਜੀ, ਬਿਲਕੁਲ ਸਹੀ। ਹਾਂ ਬਸ ਠੀਕ ਹੈ, ਜੋ ਵੀ ਕਰਨਾ ਤੁਸੀਂ ਆਪਣੇ ਲਈ ਕਹਿਆ ਕਰੋ। ਤੇ ਚਲੋ ਇਹ ਲੋਕਾਂ ਨੂੰ ਖੁਸ਼ ਕਰਨਾ ਬਹੁਤ ਔਖਾ, ਤੇ ਜੇਕਰ ਤੁਸੀਂ ਇਹਨਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਪੈ ਗਏ ਜੋ, ਫਿਰ ਤੇ ਤੁਸੀਂ ਬੜੇ ਪਰੇਸ਼ਾਨ ਹੋ ਜਾਣਾ। ਇਹਨਾਂ ਕਹਿਣਾ ਕਿ ਇੱਕ ਪੈਰ ਤੇ ਖਲੋ ਕੇ ਭੰਗੜਾ ਪਾ, 3 ਸਾਲ ਤੱਕ ਖਲੋਤਾ ਰਹਿ, ਅਸੀਂ ਫੇਰ ਖੁਸ਼ ਹੁੰਦੇ। ਇਹਦੇ ਨਾਲ ਚੰਗਾ ਆਪਣੇ ਦੋਵਾਂ ਪੈਰਾਂ ਤੇ ਤੁਰੋ। ਬਸ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ, ਉਹ ਕਿਤੇ ਵੀ ਸੰਸਾਰੀਆਂ ਦੇ ਨਾਲ ਉਹਨਾਂ ਦੀ ਤਾਲਮੇਲ ਕਿਉਂ ਨਹੀਂ ਪੈਂਦੀ? ਕਿਉਂਕਿ ਉਹ ਸੰਸਾਰ ਤੋਂ ਉਲਟੇ ਚੱਲਦੇ ਨੇ। ਉਹ ਸੰਸਾਰ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਤੁਸੀਂ ਉਹਨੂੰ ਫੋਲੋ ਕਰੋ, ਤੇ ਇਹਨਾਂ ਨੂੰ ਤੇ ਪ੍ਰੋਬਲਮ ਕੋਈ ਨਹੀਂ ਹੈਗੀ। ਪਰ ਬ੍ਰਹਮ ਗਿਆਨੀ ਜਿਹੜਾ ਹੁੰਦਾ ਵਾ, ਉਹ ਨਵੀਂ ਲੀਕ ਖਿੱਚ ਕੇ ਜਾਂਦਾ, ਇੱਕਦਮ ਨਵੀਂ ਲੀਕ। ਜੇ ਦੁਨੀਆ ਖੱਬੇ ਬੰਨੇ ਜਾ ਰਹੀ, ਉਹ ਕੱਲਾ ਸੱਜੇ ਬੰਨੇ ਤੁਰਿਆ ਜਾਊ। ਇਸ ਕਰਕੇ ਫਿਰ ਲੋਕ ਰੌਲਾ ਪਾਉਂਦੇ ਆ ਕਿ ਤੂੰ ਸਾਡੀ ਭੀੜ ਦਾ ਹਿੱਸਾ ਬਣ, ਤੂੰ ਸਾਨੂੰ ਛੱਡ ਕੇ ਅਲੱਗ ਕਿਉਂ ਹੋ ਗਿਆ। ਬ੍ਰਹਮ ਗਿਆਨੀ ਗੋਰਖੀ ਸਾਹਿਬ ਸਹੀ ਰਸਤੇ ਤੇ ਜਾਂਦੇ ਆ, ਬ੍ਰਹਮ ਗਿਆਨੀ ਸਹੀ ਰਸਤੇ ਤੇ ਜਾਂਦੇ ਆ। ਬਾਕੀ ਦੁਨੀਆ ਜਿਹੜੀ ਹੈਗੀ ਉਹ ਟਰੈਪ ਪਾਇਆ, ਚੋਗਾ ਪਾਇਆ, ਮਾਲਕ ਨੇ ਜਿਹੜਾ ਹੈਗਾ ਧੋਖਾ ਪਾਇਆ ਹੋਇਆ ਆ। ਬਾਕੀ ਸਾਰੇ ਫਸ ਜਾਂਦੇ ਉਹਦੇ ਵਿੱਚ। ਗੱਲ ਤਾਂ ਆ ਕੁੰਡੀਆਂ ਜਿਹੜੀਆਂ ਮੱਛੀਆਂ ਫਸੀ ਜਾਂਦੀਆਂ। ਨਹੀਂ ਨਿਜਰ ਸਾਹਿਬ, ਜੇ ਗੁਰੂ ਨਾਨਕ ਪਾਤਸ਼ਾਹ ਜਨੇਊ ਪਾ ਲੈਂਦੇ ਤੇ ਆਹ ਸਿੱਖ ਪੰਥ ਤੇ ਬਣਨਾ ਹੀ ਨਹੀਂ ਸੀ, ਉੱਥੇ ਗੱਲ ਖਤਮ ਹੋਈ ਨਹੀਂ। ਬਿਲਕੁਲ। ਤੇ ਫਿਰ ਕਿੰਨੇ ਔਖੇ ਹੋਣਗੇ ਉਦੋਂ ਲੋਕੀ। ਤੇ ਫਿਰ ਇਹ ਉਹੀ ਹੋਣੇ ਆ ਜਿਹੜੇ ਕਹਿੰਦੇ ਕੁਰਾਈ ਆ, ਇਹ ਭੂਤਨਾ, ਇਹ ਬੇਤਾਲਾ ਹੈ, ਕਿਉਂਕਿ ਉਹਨਾਂ ਦਾ ਜਨੇਊ ਨਹੀਂ ਪਾਇਆ ਸੀ। ਤੇ ਆਪਣੀ ਵੀ ਏਦਾਂ ਹੀ ਕਰਦੇ ਆ ਕਿ ਜੇ ਸਾਡੇ ਉਹ ਅਧੀਨ ਚ ਨਹੀਂ ਆਉਂਦਾ, ਸਾਡੀ ਭੀੜ ਦਾ ਹਿੱਸਾ ਨਹੀਂ ਬਣਦਾ, ਜਾਂ ਭੀੜ ਚੋਂ ਬਾਹਰ ਜਾਂਦਾ ਹੈ, ਫਿਰ ਆਪਾਂ ਕਹਿੰਦੇ ਆ ਉਹ ਕੀ ਕਹਿੰਦੇ ਪੰਥ ਚੋਂ ਛੇਕਤਾ। ਹਾਂਜੀ ਹਾਂਜੀ, ਪੰਥ ਤੋਂ ਛੇਕਤਾ, ਇਹ ਮਨਮਤੀਆ ਹੈਗਾ ਬਸ। ਠੀਕ ਹੈ ਠੀਕ ਹੈ ਠੀਕ ਹੈ। ਉਦੋਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੋ ਕੋਈ ਕਹਿੰਦੇ ਸੀ ਲੋਕ। ਏਦਾਂ ਹੀ ਆ ਦੁਨੀਆ, ਕਿਉਂਕਿ ਫਿਰ ਉਹ ਦੁਕਾਨ ਚਲਾਉਣੀ ਬੜੀ ਔਖੀ ਹੈ ਨਾ। ਠੀਕ ਹੈ ਜੀ, ਅੱਜ ਦੇ ਵਿਚਾਰ ਇੱਥੇ ਸਮਾਪਤ। ਹਾਂਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਚੌਥ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਦਾਨ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿ ਵਾਹਿਗੁਰੂ 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 ਆ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ